छच्छा यह छत्रपत पासा, छक के ना रहो छाड़ के ना आसा। छच्छे अखर राही उपदेश कर रहे ने। यह दा मतलब नजदीक, रानी यह दा मतलब ए प्रभु। छत्रपत दा मतलब जिस ते सिर ते छत्र है, भाव सारे संसार दा मालक, छत्र दा मालक, राजा बादशाह। पासा दा मतलब नेड़े, इत्थे नेड़े ही है बिल्कुल। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਜਗਤ ਦਾ ਸਵਾਮੀ ਪ੍ਰਭੂ ਹੈ ਉਹ ਬਿਲਕੁਲ ਤੇਰੇ ਨੇੜੇ ਹੈ, ਪਾਸ ਹੈ, ਦੂਰ ਨਹੀਂ ਹੈ, ਇੱਥੇ ਹੀ ਹੈ, ਨਜ਼ਦੀਕ ਹੀ ਹੈ, ਦੂਰ ਨਹੀਂ ਹੈ। ਤਾਂ ਇਥੋਂ ਇੱਕ ਗੱਲ ਆਪਣੇ ਦਿਮਾਗ ਵਿੱਚ, ਮਨ ਵਿੱਚ ਪੱਕੀ ਬਿਠਾ ਲੈਣੀ ਹੈ ਕਿ ਰੱਬ ਜੋ ਹੈ ਕਦੇ ਵੀ ਸਾਡੇ ਤੋਂ ਦੂਰ ਨਹੀਂ ਹੈ, ਉਹ ਬਿਲਕੁਲ ਨਜ਼ਦੀਕ ਹੈ, ਨੇੜੇ ਤੋਂ ਨੇੜੇ ਹੈ। ਕਿਉਂਕਿ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਹਰ ਵਕਤ ਨਾਲ ਹੈ, ਦੂਰ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਛਕ ਕੇ ਨਾ ਰਹੋ ਛਾੜ ਕੇ ਨਾ ਪਾਸਾ। ਛਕ ਦਾ ਮਤਲਬ ਹੁੰਦਾ ਹੈ ਤਕੜਾ ਹੋਣਾ, ਤਕੜਾ ਹੋ ਕੇ, ਉਦਮ ਦੇ ਨਾਲ, ਖੁਸ਼ ਹੋ ਕੇ, ਪ੍ਰਸੰਨ ਹੋ ਕੇ। ਛਾੜ ਕੇ ਨਾ ਆਸਾ, ਛਾੜ ਦਾ ਮਤਲਬ ਛੱਡ ਕੇ ਨਾ ਦਾ ਮਤਲਬ ਕਿਉਂ ਨਹੀਂ, ਆਸਾ ਦਾ ਮਤਲਬ ਜਿਹੜੀਆਂ ਹੋਰ ਆਸਾਵਾਂ ਨੇ। ਕਹੇ ਮੇਰੇ ਮਨ ਹੋਰ ਆਸਾਂ ਛੱਡ ਕੇ, ਖੁਸ਼ ਹੋ ਕੇ, ਪ੍ਰਸੰਨਤਾ ਦੇ ਨਾਲ, ਉਦਮ ਦੇ ਨਾਲ ਤੂੰ ਰੱਬ ਦੇ ਨੇੜੇ ਕਿਉਂ ਨਹੀਂ ਰਹਿੰਦਾ? ਰੱਬ ਤੇਰੇ ਨਜ਼ਦੀਕ ਹੈ ਤੇ ਤੂੰ ਹੋਰ ਆਸਾਂ ਲਾਈ ਫਿਰਦਾ ਹੈ। ਉਹਨਾਂ ਆਸਾਵਾਂ ਨੂੰ ਛੱਡ ਕੇ ਤੂੰ ਰੱਬ ਦੇ ਨਜ਼ਦੀਕ ਕਿਉਂ ਨਹੀਂ ਰਹਿੰਦਾ? ਖੁਸ਼ ਹੋ ਕੇ ਕਿਉਂ ਨਹੀਂ ਰਹਿੰਦਾ? ਉਦਮ ਕਿਉਂ ਨਹੀਂ ਕਰਦਾ ਪ੍ਰਭੂ ਦੇ ਨਾਲ ਰਹਿਣ ਦਾ? ਜਿਵੇਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵਿਚਾਰਿਆ ਸੀ ਨਾ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਦੇਖੋ ਰੱਬ ਜਗਤ ਦੇ ਕਣ ਕਣ ਵਿੱਚ ਸਮਾਇਆ ਹੋਇਆ ਹੈ, ਸਾਡੇ ਨਾਲ ਹੈ, ਪਰ ਬੰਦਾ ਰੱਬ ਤੋਂ ਦੂਰ ਹੋ ਜਾਂਦਾ ਹੈ। ਕਿਵੇਂ ਦੂਰ ਹੋ ਜਾਂਦਾ ਹੈ? ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ। ਜਿਵੇਂ ਕਿ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਇਹ ਜੋ ਗੁਣ ਨੇ, ਇਹ ਸਾਰੇ ਸਾਡੇ ਨਾਲ ਨੇ, ਹਰ ਵਕਤ ਨਾਲ ਨੇ। ਸੱਚਾਈ ਸਾਡੇ ਨਾਲ ਹੈ, ਦਇਆ ਸਾਡੇ ਨਾਲ ਹੈ, ਰੱਬ ਕਣ ਕਣ ਦੇ ਅੰਦਰ ਵਸ ਰਿਹਾ ਹੈ। ਹੁਣ ਅਸੀਂ ਇਹਨਾਂ ਗੁਣਾਂ ਤੋਂ ਦੂਰ ਹਾਂ, ਅਸੀਂ ਸੱਚ ਨੂੰ ਵਰਤੋਂ ਵਿੱਚ ਨਹੀਂ ਲਿਆ ਰਹੇ, ਨਿਰਭੈਤਾ, ਨਿਰਵੈਰਤਾ ਨੂੰ ਅਸੀਂ ਨਹੀਂ ਵਰਤ ਰਹੇ। ਅਸੀਂ ਦੂਰ ਹਾਂ ਇਨਸਾਨੀਅਤ ਤੋਂ, ਰੱਬ ਤੋਂ, ਦਇਆ ਤੋਂ, ਪਿਆਰ ਤੋਂ, ਮੁਹੱਬਤ ਤੋਂ। ਹਰ ਇਨਸਾਨ ਦੇ ਅੰਦਰ ਰੱਬ ਦੀ ਜੋਤ ਹੈ, ਹਰ ਇਨਸਾਨ ਰੱਬ ਦਾ ਰੂਪ ਹੈ। ਤਾਂ ਅਸੀਂ ਇੱਕ ਦੂਜੇ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰ ਰਹੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਆ ਰੱਬ ਇਸ ਦੁਨੀਆ ਤੋਂ ਵੱਖਰਾ ਕਿਤੇ ਦੂਰ ਨਹੀਂ ਬੈਠਾ, ਕਣ ਕਣ ਅੰਦਰ ਸਮਾਇਆ ਹੋਇਆ ਹੈ, ਤੇਰੇ ਅੰਗ ਸੰਗ ਹੈ। ਤੂੰ ਉਦਮ ਕਰਕੇ ਬਾਕੀ ਆਸਾਵਾਂ ਨੂੰ ਛੱਡ ਕੇ ਰੱਬ ਦੇ ਨਾਲ ਕਿਉਂ ਨਹੀਂ ਰਹਿੰਦਾ? ਔਗਣਾਂ ਨੂੰ ਛੱਡ, ਵਿਕਾਰਾਂ, ਪਾਪਾਂ, ਅਪਰਾਧਾਂ ਨੂੰ ਛੱਡ ਤੇ ਰੱਬੀ ਗੁਣਾਂ ਦੇ ਨਾਲ ਜੁੜਨ ਦਾ ਯਤਨ ਕਰ। ਤੂੰ ਉਹਦੇ ਨਾਲ ਰਹੋ। ਰੇ ਮਨ ਮੈਂ ਤਾਂ ਛਿਨ ਛਿਨ ਸਮਝਾਵਾਂ। ਸਮਝਾਵਾਂ ਦਾ ਮਤਲਬ ਮੈਂ ਤੈਨੂੰ ਸਮਝਾਉਂਦਾ ਹਾਂ। ਤੌਂ ਦਾ ਮਤਲਬ ਤੈਨੂੰ। ਰੇ ਮਨ ਮੈਂ ਤੌਂ ਛਿਨ ਛਿਨ ਸਮਝਾਵਾਂ, ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ। ਔਰ ਅਸੀਂ ਵੀ ਆਪਣੇ ਮਨ ਨੂੰ ਸਮਝਾਉਣਾ ਹੈ, ਕਿਉਂਕਿ ਮਨ ਹੀ ਸਾਡਾ ਦੂਰ ਭਟਕ ਰਿਹਾ ਹੈ। ਸਾਡੇ ਵਿਚਾਰ ਹੀ ਸਾਨੂੰ ਸੱਚ ਤੋਂ, ਦਇਆ, ਧਰਮ ਤੋਂ ਦੂਰ ਲੈ ਜਾਂਦੇ ਨੇ। ਅਸੀਂ ਵੀ ਆਪਣੇ ਮਨ ਨੂੰ ਸਮਝਾਉਣਾ ਹੈ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਅਸੀਂ ਵੀ ਮਨ ਨੂੰ ਸਮਝਾਉਣਾ ਹੈ, ਮਨ ਦੇ ਅੰਦਰ ਇਹ ਵਿਚਾਰ ਪੈਦਾ ਕਰਨੇ ਨੇ, ਮਨ ਦੇ ਅੰਦਰ ਇਹ ਤਾਂਘ ਪੈਦਾ ਕਰਨੀ ਹੈ, ਮਨ ਨੂੰ ਵਿਕਾਰਾਂ ਵੱਲੋਂ ਰੋਕਣਾ ਹੈ, ਮਨ ਨੂੰ ਸ਼ੁਭ ਗੁਣਾਂ ਦੇ ਨਾਲ ਜੁੜਨ ਦੀ ਪ੍ਰੇਰਨਾ ਦੇਣੀ ਹੈ। ਤਾਹੇ ਛਾੜ ਕਤ ਆਪ ਬੰਧਾਵਾ। ਇਹਨੂੰ ਬਿੰਧਾਵਾ ਬਿੰਦੀ ਲਾ ਕੇ ਨਹੀਂ ਪੜਨਾ, ਬੰਧਾਵਾ। ਬੰਧਾਵਾ ਦਾ ਮਤਲਬ ਮੰਨਦਾ ਹੈ ਕਿ ਉਸ ਚਿੱਤਰਕਾਰ ਪ੍ਰਭੂ ਨੂੰ ਵਿਸਾਰ ਕੇ ਜੋ ਬਿਲਕੁਲ ਨੇੜੇ ਹੈ, ਤੂੰ ਆਪਣੇ ਆਪ ਨੂੰ ਕਿਉਂ ਬਣਾ ਰਿਹਾ ਹੈ, ਜਕੜ ਰਿਹਾ ਹੈ ਵਿਕਾਰਾਂ ਵਿੱਚ, ਪਾਪਾਂ ਵਿੱਚ, ਅਪਰਾਧਾਂ ਵਿੱਚ, ਈਰਖਾ, ਦਵੇਸ਼ ਵਿੱਚ, ਵੈਰ ਵਿਰੋਧ ਵਿੱਚ, ਲੋਭ, ਮੋਹ, ਹੰਕਾਰ ਦੇ ਅੰਦਰ ਕਿਉਂ ਆਪਣੇ ਆਪ ਨੂੰ ਬਣਾ ਰਿਹਾ? ਐਵੇਂ ਬੇਕਾਰ ਹੀ, ਵਿਅਰਥ ਹੀ ਆਪਣੇ ਆਪ ਨੂੰ ਬਣਾਈ ਜਾ ਰਿਹਾ ਹੈ, ਆਪਣੇ ਆਪ ਨੂੰ ਜਕੜੀ ਜਾ ਰਿਹਾ ਹੈ ਵਿਕਾਰਾਂ ਵਿੱਚ, ਪਾਪਾਂ ਵਿੱਚ, ਮੇਰ ਤੇਰ ਦੇ ਅੰਦਰ। ਔਰ ਇਹਨਾਂ ਵਿਕਾਰਾਂ ਦੇ ਅੰਦਰ ਬੱਝਾ ਹੋਇਆ ਤੂੰ ਦੁੱਖਾਂ ਦੇ ਅੰਦਰ ਜਕੜਿਆ ਜਾ ਰਿਹਾ ਹੈ।
ਪਰੇਸ਼ਾਨੀਆਂ ਦੇ ਅੰਦਰ ਆਪਣੇ ਆਪ ਨੂੰ ਜਕੜ ਰਿਹਾ ਹੈ। ਤੇ ਜੇ ਤੂੰ ਰੱਬੀ ਗੁਣਾਂ ਦੇ ਨਾਲ ਜੁੜ ਜਾਏ, ਰੱਬੀ ਗੁਣਾਂ ਨੂੰ ਯੂਜ਼ ਕਰੇ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰੇ, ਰੱਬੀ ਰਜ਼ਾ ਦੇ ਵਿੱਚ ਰਹੇ, ਤਾਂ ਤੇਰੀ ਜ਼ਿੰਦਗੀ ਵਿੱਚ ਤਾਂ ਚਾਰ ਚੁਫੇਰੇ ਸੁੱਖ ਨੇ, ਖੁਸ਼ੀਆਂ ਨੇ, ਆਨੰਦ ਹੈ, ਖੇੜਾ ਹੈ, ਪ੍ਰਸੰਨਤਾ ਹੈ, ਆਤਮਿਕ ਜੀਵਨ ਹੈ, ਆਨੰਦ ਹੀ ਆਨੰਦ ਹੈ ਚਾਰ ਚੁਫੇਰੇ। ਕਿਉਂ ਤੂੰ ਆਪਣੇ ਆਪ ਨੂੰ ਬਣਾਈ ਜਾ ਰਿਹਾ ਵਿਕਾਰਾਂ ਵਿੱਚ? ਤਾਂ ਇਥੋਂ ਸਾਨੂੰ ਪ੍ਰੇਰਨਾ ਦਿੱਤੀ ਜਾ ਰਹੀ ਹੈ ਕਿ ਰੱਬ ਹਰ ਇਨਸਾਨ ਦੇ ਅੰਦਰ ਹੈ। ਇਹ ਸਾਰਾ ਜਗਤ, ਦਿਸਦੀ ਹੋਈ ਦੁਨੀਆ, ਇਹ ਕੁਦਰਤ, ਇਹ ਸਾਰਾ ਕੁਝ ਰੱਬ ਦਾ ਰੂਪ ਹੈ। ਹਰ ਇਨਸਾਨ ਦੇ ਅੰਦਰ ਰੱਬੀ ਗੁਣ ਮੌਜੂਦ ਨੇ, ਕਣ ਕਣ ਦੇ ਅੰਦਰ ਰੱਬੀ ਗੁਣ ਮੌਜੂਦ ਨੇ। ਜਿੱਥੇ ਵੀ ਜਾਓ ਉੱਥੇ ਤੁਸੀਂ ਉਹਨਾਂ ਗੁਣਾਂ ਨੂੰ ਵਰਤੋਂ ਵਿੱਚ ਲਿਆ ਸਕਦੇ ਹੋ, ਕਿਸੇ ਵੀ ਸਮੇਂ, ਕਿਸੇ ਵੀ ਥਾਂ ਤੇ, ਕਿਸੇ ਵੀ ਹਾਲਾਤ ਵਿੱਚ। ਤਾਂ ਜਦੋਂ ਅਸੀਂ ਗੁਣਾਂ ਦੇ ਧਾਰਨੀ ਹੋ ਕੇ ਜੀ ਸਕਦੇ ਹਾਂ, ਜਦੋਂ ਸਤ ਸੰਤੋਖ ਰਾਹੀਂ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਆ ਸਕਦੀ ਹੈ, ਤਾਂ ਫਿਰ ਸਾਨੂੰ ਸਮਝਾਇਆ ਜਾ ਰਿਹਾ ਕਿ ਕਿਉਂ ਆਪਣੇ ਸਿਰ ਮੁਸੀਬਤ ਸਹਿੜ ਰਹੇ ਹੋ, ਕਿਉਂ ਝੂਠ ਫਰੇ ਬੋਲ ਬੋਲ ਕੇ ਤੇ ਆਪਣੇ ਆਪ ਨੂੰ ਦੁੱਖਾਂ ਦੇ ਅੰਦਰ ਬਣਾਈ ਜਾ ਰਹੇ ਹੋ। ਥੋੜੀ ਜਿਹੀ ਟਰਾਈ ਕਰੋ, ਥੋੜਾ ਜਿਹਾ ਯਤਨ ਕਰੋ, ਉਦਮ ਕਰੋ, ਖੁਸ਼ੀ ਦੇ ਨਾਲ, ਪ੍ਰਭੂ ਦੇ ਗੁਣਾਂ ਦੇ ਨਾਲ ਜੀਵਨ ਜੀਵੋ ਔਰ ਆਪਣੇ ਜੀਵਨ ਨੂੰ ਸੁਖੀ ਤੇ ਸ਼ਾਂਤ ਬਣਾਓ। ਅਗਲਾ ਬਚਨ ਕਰਦੇ ਨੇ, ਜੱਜਾ ਜੋ ਤਨ ਜੀਵਤ ਜਰਾਵੇ। ਜੱਜਾ ਤੇ ਥੋੜਾ ਜਿਹਾ ਵਿਸ਼ਰਾਮ ਲਾਣਾ ਹੈ, ਰੁਕਣਾ ਹੈ। ਜੱਜਾ ਜੋ ਤਨ ਜੀਵਤ ਜਰਾਵੇ। ਜੱਜਾ ਦਾ ਮਤਲਬ, ਜੱਜਾ ਅਕਸ਼ਰ ਰਾਹੀਂ ਉਪਦੇਸ਼ ਲੈ ਰਹੇ ਨੇ। ਜੋ ਦਾ ਮਤਲਬ ਜਦੋਂ, ਜੇ, ਜੇਕਰ। ਜਰਾਵੇ ਦਾ ਮਤਲਬ ਜਲਾਵੇ, ਜਲਾਉਂਦਾ ਹੈ, ਸਾੜਦਾ ਹੈ। ਜੀਵਤ ਦਾ ਮਤਲਬ ਜਿਉਂਦਾ ਹੀ। ਜਿਉਂਦਾ ਹੀ ਦਾ ਮਤਲਬ ਇਸ ਸੰਸਾਰ ਦੇ ਵਿੱਚ, ਮਾਇਆ ਦੇ ਵਿੱਚ ਰਹਿੰਦਾ ਹੋਇਆ ਹੀ। ਹੁਣ ਤਨ ਜੀਵਤ ਜਰਾਵੇ ਦਾ ਮਤਲਬ ਆਪਣੇ ਤਨ ਦੀਆਂ ਵਾਸ਼ਨਾਵਾਂ ਨੂੰ ਜੋ ਸਾੜ ਲੈਂਦਾ ਹੈ, ਇਹਨੂੰ ਕਹਿੰਦੇ ਨੇ ਤਨ ਨੂੰ ਸਾੜਨਾ। ਮਤਲਬ ਤਨ ਦਾ ਮੋਹ, ਤਨ ਦੀਆਂ ਜਿਹੜੀਆਂ ਵਾਸ਼ਨਾਵਾਂ ਨੇ, ਜਿਹੜਾ ਇਹਨਾਂ ਨੂੰ ਸਾੜ ਲੈਂਦਾ ਹੈ। ਕਿ ਜੋ ਇਸ ਸੰਸਾਰ ਦੇ ਅੰਦਰ ਜ਼ਿੰਦਗੀ ਜੀਂਦਾ ਹੋਇਆ ਆਪਣੇ ਤਨ ਮਨ ਦੀਆਂ ਵਾਸ਼ਨਾਵਾਂ ਨੂੰ ਸਾੜ ਲੈਂਦਾ, ਜਿਹੜੀਆਂ ਮਾੜੀਆਂ ਵਾਸ਼ਨਾਵਾਂ ਨੇ, ਵਿਸ਼ੇ ਵਿਕਾਰ ਨੇ, ਜੋ ਉਹਨਾਂ ਨੂੰ ਜਲਾ ਦਿੰਦਾ ਹੈ, ਉਹਨਾਂ ਨੂੰ ਖਤਮ ਕਰ ਦਿੰਦਾ ਹੈ। ਜੋਬਨ ਜਾਰ ਜੁਗਤ ਸੋ ਪਾਵੇ। ਜੋਬਨ ਦਾ ਮਤਲਬ ਜਵਾਨੀ, ਜਾਰ ਦਾ ਮਤਲਬ ਸਾੜ ਕੇ, ਜੁਗਤ ਦਾ ਮਤਲਬ ਜੀਵਨ ਦੀ ਜੁਗਤੀ, ਸੋ ਪਾਵੇ ਦਾ ਮਤਲਬ ਉਹ ਪਾ ਲੈਂਦਾ ਹੈ। ਹੁਣ ਇੱਥੇ ਜਵਾਨੀ ਸਾੜਨ ਦਾ ਮਤਲਬ ਇਹ ਨਹੀਂ ਕਿ ਜਵਾਨੀ ਨੂੰ ਖਤਮ ਕਰਨਾ ਹੈ। ਇੱਥੇ ਜਵਾਨੀ ਦੇ ਨਸ਼ੇ ਦੀ ਗੱਲ ਹੈ, ਜਵਾਨੀ ਦੇ ਹੰਕਾਰ ਦੀ ਗੱਲ, ਜੋਬਨ ਦੇ ਹੰਕਾਰ ਦੀ ਗੱਲ। ਗੁਰਦੇਵ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਬਹੁਤ ਪਿਆਰੇ ਬਚਨ ਕੀਤੇ ਨੇ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮਿਹਾ। ਜਿਨ੍ਹਾਂ ਨੂੰ ਹੰਕਾਰ ਹੈ ਨਾ, ਚਾਹੇ ਉਹ ਹੰਕਾਰ ਧਨ ਦਾ ਹੈ, ਤੇ ਧਨ ਦੇ ਹੰਕਾਰ ਕਰਕੇ ਜੋ ਦੂਜਿਆਂ ਨੂੰ ਨੀਵਾਂ ਵਿਖਾਉਂਦੇ ਨੇ, ਚਾਹੇ ਕਿਸੇ ਦੇ ਕੋਲ ਗੁਣਾਂ ਦਾ ਅਹੰਕਾਰ ਹੈ ਕਿ ਆਪਣੇ ਗੁਣਾਂ ਕਰਕੇ, ਗਿਆਨ ਕਰਕੇ, ਉਸ ਗਿਆਨ ਦੀ ਦੁਰਵਰਤੋਂ ਕਰਕੇ ਕੋਈ ਕਿਸੇ ਨੂੰ ਨੀਵਾਂ ਵਿਖਾਉਂਦਾ ਹੈ, ਦੁਖੀ ਕਰਦਾ ਹੈ। ਇਸੇ ਤਰ੍ਹਾਂ ਕਈ ਲੋਕਾਂ ਨੂੰ ਆਪਣੀ ਜੋਬਨ, ਜਵਾਨੀ, ਸੁੰਦਰਤਾ ਦਾ ਮਾਣ ਹੁੰਦਾ ਹੈ, ਹੰਕਾਰ ਹੁੰਦਾ ਹੈ। ਹੰਕਾਰ ਹੁੰਦਾ ਹੈ ਤੇ ਉਹ ਦੂਜਿਆਂ ਨੂੰ ਟਿਚਰਾਂ ਕਰਦੇ ਨੇ, ਦੂਜਿਆਂ ਨੂੰ ਉਹ ਨੀਵਾਂ ਵਿਖਾਉਂਦੇ ਨੇ। ਇੱਥੇ ਗੱਲ ਹੈ ਹੰਕਾਰ ਦੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਹ ਮਨੁੱਖ ਆਪਣੀ ਜੋਬਨ ਜਵਾਨੀ ਦੇ ਹੰਕਾਰ ਨੂੰ ਸਾੜ ਕੇ ਜੀਵਨ ਦੀ ਸਹੀ ਜੁਗਤ ਸਿੱਖ ਲੈਂਦਾ ਹੈ। ਜੀਵਨ ਦੀ ਸਹੀ ਜੁਗਤ ਸਿੱਖ ਲੈਂਦਾ। ਤਾਂ ਜੀਵਨ ਦੀ ਜੁਗਤ ਇਸੇ ਵਿੱਚ ਹੀ ਹੈ ਕਿ ਇਸ ਦੁਨੀਆ ਦੇ ਅੰਦਰ ਰਹਿੰਦਾ ਹੋਇਆ ਬੰਦਾ ਵਿਕਾਰਾਂ ਨੂੰ ਛੱਡ ਕੇ ਤੇ ਸ਼ੁਭ ਗੁਣਾਂ ਦੇ ਨਾਲ ਜੁੜੇ। ਅਹੰਕਾਰ ਦੀ ਬਜਾਏ ਆਪਣੀ ਜ਼ਿੰਦਗੀ ਦੇ ਅੰਦਰ ਸਵਾਭਿਮਾਨ ਪੈਦਾ ਕਰੇ, ਆਪਣੇ ਜੀਵਨ ਅੰਦਰ ਨਿਮਰਤਾ ਪੈਦਾ ਕਰੇ, ਕ੍ਰੋਧ ਦੀ ਬਜਾਏ ਆਪਣੇ ਜੀਵਨ ਦੇ ਅੰਦਰ ਵੀਰ ਰਸ ਪੈਦਾ ਕਰੇ, ਮੋਹ ਦੀ ਬਜਾਏ ਆਪਣੇ ਜੀਵਨ ਵਿੱਚ ਪਿਆਰ ਪੈਦਾ ਕਰੇ, ਲਾਲਚ ਦੀ ਬਜਾਏ ਜੀਵਨ ਵਿੱਚ ਸੰਤੋਖ ਦਾ ਧਾਰਨੀ ਹੋਵੇ, ਔਰ ਝੂਠ ਦੀ ਬਜਾਏ ਸੱਚ ਦਾ ਧਾਰਨੀ ਹੋਵੇ, ਔਰ ਵੈਰ ਵਿਰੋਧ ਦੀ ਬਜਾਏ ਆਪਣੀ ਜ਼ਿੰਦਗੀ ਅੰਦਰ ਮਿੱਤਰਤਾ ਭਾਵ ਪੈਦਾ ਕਰੇ। ਇਹੀ ਜੀਵਨ ਦਾ ਸਹੀ ਢੰਗ ਹੈ। ਸਚਿਆਰ ਹੋਣਾ ਹੀ ਜੀਵਨ ਦਾ ਸਹੀ ਢੰਗ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਜੋਬਨ ਜਵਾਨੀ ਆਦਿਕ ਦੇ ਹੰਕਾਰ ਨੂੰ ਸਾੜ ਲੈਂਦਾ ਹੈ, ਆਪਣੀਆਂ ਜੋ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਨੇ ਉਹਨਾਂ ਨੂੰ ਜਲਾ ਲੈਂਦਾ ਹੈ, ਖਤਮ ਕਰ ਲੈਂਦਾ ਹੈ, ਅਸਲ ਦੇ ਅੰਦਰ ਉਹ ਬੰਦਾ ਸਹੀ ਜੀਵਨ ਦੀ ਜੁਗਤੀ ਪਾ ਲੈਂਦਾ ਹੈ। ਯਾਨੀ ਜੀਵਨ ਦਾ ਹੋਰ ਕੋਈ ਸਹੀ ਢੰਗ ਨਹੀਂ ਹੈ। ਜੀਵਨ ਦਾ ਸਹੀ ਢੰਗ ਹੈ
ਕਿ ਕੂੜ ਪਾਪ ਅਪਰਾਧ ਨੂੰ ਛੱਡ ਕੇ ਸ਼ੁਭ ਗੁਣਾਂ ਦੇ ਧਾਰਨੀ ਹੋਣਾ, ਰੱਬੀ ਰਜਾ ਵਿੱਚ ਤੁਰਨਾ, ਰੱਬੀ ਗੁਣਾਂ ਦੇ ਧਾਰਨੀ ਹੋ ਕੇ ਜੀਣਾ ਹੀ ਜ਼ਿੰਦਗੀ ਦਾ ਸਹੀ ਢੰਗ ਹੈ। ਅਸ ਜਰ ਪਰ ਜਰ ਜਰ ਜਬ ਰਹਿ। ਹੁਣ ਇੱਥੇ ਜਰ ਦਾ ਮਤਲਬ ਜਿਹੜਾ ਪਹਿਲਾ ਜਰ ਹੈ ਨਾ, ਇਹਦਾ ਮਤਲਬ ਹੈ ਧਨ, ਤੇ ਦੂਜਾ ਜੋ ਜਰ ਹੈ ਤੀਜੇ ਨੰਬਰ ਤੇ ਜਰ ਜਬ ਰਹੇ, ਇੱਥੇ ਜਰ ਦਾ ਮਤਲਬ ਹੈ ਸੜਨਾ। ਜਰ ਦਾ ਮਤਲਬ ਬੁਢੇਪਾ ਵੀ ਹੁੰਦਾ ਹੈ, ਜਰ ਦਾ ਮਤਲਬ ਧਨ ਵੀ ਹੁੰਦਾ ਹੈ, ਔਰ ਜਰ ਦਾ ਮਤਲਬ ਜਲਣਾ ਸੜਨਾ ਵੀ ਹੁੰਦਾ ਹੈ। ਤਾਂ ਅਸ ਜਰ, ਅਸ ਔਰ ਪਰ, ਅਸ ਜਰ ਪਰ ਜਰ, ਅਸ ਦਾ ਮਤਲਬ ਸਾਡਾ, ਪਰ ਦਾ ਮਤਲਬ ਪਰਾਇਆ। ਅਸ ਜਰ ਦਾ ਮਤਲਬ ਸਾਡਾ ਧਨ, ਮੇਰੀਆਂ ਵਸਤੂਆਂ, ਪਰ ਜਰ ਦਾ ਮਤਲਬ ਪਰਾਈ ਪ੍ਰੋਪਰਟੀ, ਪਰਾਇਆ ਧਨ। ਜਰ ਜਬ ਰਹੇ, ਜਦੋਂ ਇਹਨਾਂ ਦੋਵਾਂ ਚੀਜ਼ਾਂ ਨੂੰ ਸਾੜ ਲਵੇ। ਹੁਣ ਅਸਚਰ ਪਰਜਰ ਦਾ ਮਤਲਬ, ਅਸਚਰ ਦਾ ਮਤਲਬ ਕਿ ਆਪਣੇ ਧਨ ਦਾ ਹੰਕਾਰ। ਕਈਆਂ ਨੂੰ ਆਪਣੀ ਪ੍ਰੋਪਰਟੀ ਦਾ ਹੰਕਾਰ ਹੁੰਦਾ ਨਾ, ਉਹ ਆਪਣੇ ਧਨ ਕਰਕੇ, ਪ੍ਰੋਪਰਟੀ ਕਰਕੇ ਇਹਨਾਂ ਹੰਕਾਰ ਮਾਣ ਕਰਦੇ ਨੇ, ਦੂਜਿਆਂ ਦਾ ਨਿਰਾਦਰ ਕਰਦੇ ਨੇ। ਤੇ ਗੁਰਦੇਵ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਵਰਜਿਆ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ, ਅਜਹੁ ਸੁਨਾਓ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ। ਕਿ ਦੇਖ, ਸਮੁੰਦਰ ਦੇ ਵਿੱਚ ਜੇ ਕਿਸੇ ਦੀ ਕਿਸ਼ਤੀ ਡੁੱਬ ਰਹੀ ਹੈ ਨਾ, ਤਾਂ ਉਹਨੂੰ ਵੇਖ ਕੇ ਖੁਸ਼ ਨਾ ਹੋ। ਕੀ ਪਤਾ ਅਗਲੀ ਲਹਿਰ ਤੇਰੀ ਕਿਸ਼ਤੀ ਨੂੰ ਡੁੱਬ ਦੇਵੇ। ਆਪਣੀ ਕਿਸ਼ਤੀ ਨੂੰ ਬਚਾਉਣ ਦਾ ਯਤਨ ਕਰ, ਕਿਸੇ ਨੂੰ ਡੁੱਬਦੇ ਨੂੰ ਵੇਖ ਕੇ ਖੁਸ਼ ਨਾ ਹੋ। ਯਾਨੀ ਜੇਕਰ ਕੋਈ ਗਰੀਬ ਹੈ, ਕੰਗਾਲ ਹੈ, ਤਾਂ ਉਹਨੂੰ ਵੇਖ ਕੇ ਖੁਸ਼ ਨਾ ਹੋ, ਆਪਣੇ ਧਨ ਦਾ ਹੰਕਾਰ ਨਾ ਕਰ, ਕਿਉਂਕਿ ਕੀ ਪਤਾ ਕਦੋਂ ਤੂੰ ਗਰੀਬ ਹੋ ਜਾਏ। ਗਰੀਬੀ ਕੋਈ ਸੱਦ ਕੇ ਥੋੜਾ ਲਿਆਉਂਦਾ। ਤਾਂ ਸਾਨੂੰ ਮਾਣ ਤੋਂ ਵਰਜਿਆ ਹੈ, ਹੰਕਾਰ ਤੋਂ ਵਰਜਿਆ ਹੈ। ਧਨ ਕਮਾਣਾ ਹਰ ਇਨਸਾਨ ਦਾ ਹੱਕ ਹੈ, ਹਰ ਇਨਸਾਨ ਦਾ ਫਰਜ਼ ਹੈ। ਅਮੀਰ ਹੋਣਾ ਧਨ ਕਰਕੇ ਹਰ ਇਨਸਾਨ ਦਾ ਹੱਕ ਫਰਜ਼ ਹੈ। ਸੱਚੀ ਕਮਾਈ ਕਰਕੇ, ਸੁਕ੍ਰਿਤ ਕਰਕੇ, ਦਸਾਂ ਨਵਾਂ ਦੀ ਕਿਰਤ ਕਰਕੇ 4 ਪੈਸੇ ਕਮਾਣਾ, ਅਮੀਰ ਹੋਣਾ, ਚੰਗਾ ਮਕਾਨ ਬਣਾਉਣਾ, ਚੰਗੇ ਕੱਪੜੇ ਪਾਣੇ ਹਰ ਇਨਸਾਨ ਦਾ ਹੱਕ ਹੈ, ਹਰ ਇਨਸਾਨ ਦਾ ਫਰਜ਼ ਹੈ। ਲੇਕਿਨ ਹੰਕਾਰ ਕਰਕੇ ਦੂਜਿਆਂ ਦਾ ਨਿਰਾਦਰ ਕਰਨਾ, ਦੂਜਿਆਂ ਨੂੰ ਦੁਖੀ ਕਰਨਾ, ਪੈਸੇ ਦਾ ਮਿਸਯੂਜ਼ ਕਰਨਾ, ਇਹ ਬਿਲਕੁਲ ਗਲਤ ਹੈ। ਤਾਂ ਇਸ ਚੀਜ਼ ਨੂੰ ਸਾੜੇ। ਅਸਚਰ ਦਾ ਮਤਲਬ ਜੋ ਆਪਣੇ ਧਨ ਦਾ ਮੋਹ ਜਾਂ ਆਪਣੇ ਧਨ ਦਾ ਹੰਕਾਰ ਹੈ, ਇਸ ਚੀਜ਼ ਨੂੰ ਖਤਮ ਕਰੇ, ਹੰਕਾਰ ਨਾ ਕਰੇ। ਤੇ ਪਰਦਰ ਦਾ ਮਤਲਬ ਹੈ ਕਿ ਦੂਜਿਆਂ ਦੇ ਧਨ ਤੋਂ ਸੜਨਾ, ਔਰ ਦੂਜਿਆਂ ਦੇ ਧਨ ਨੂੰ ਪ੍ਰਾਪਤ ਕਰਨ ਦੀ ਆਸ ਰੱਖਣੀ ਕਿ ਉਹ ਵੀ ਮੇਰੇ ਕੋਲ ਆ ਜਾਏ, ਦੂਜੇ ਦੀ ਪ੍ਰੋਪਰਟੀ ਮੇਰੇ ਕੋਲ ਆ ਜਾਏ, ਉਸ ਪ੍ਰੋਪਰਟੀ ਨੂੰ ਮੈਂ ਹੜਪ ਲਵਾਂ, ਲਾਲਚ ਕਰਨਾ। ਤਾਂ ਗੁਰੂ ਜੀ ਕਹਿੰਦੇ ਨੇ ਇਹਨਾਂ ਦੋਵਾਂ ਬਿਰਤੀਆਂ ਨੂੰ ਖਤਮ ਕਰੇ। ਜਰ ਜਬ ਰਹਿ ਦਾ ਮਤਲਬ ਇਹਨਾਂ ਦੋਵਾਂ ਬਿਰਤੀਆਂ ਨੂੰ ਸਾੜ ਦੇਵੇ, ਯਾਨੀ ਆਪਣੇ ਔਰ ਪਰਾਏ ਦੇ ਵਿਤਕਰੇ ਖਤਮ ਕਰੇ, ਆਪਣੇ ਧਨ ਦੇ ਹੰਕਾਰ ਨੂੰ ਔਰ ਪਰਾਈ ਦੌਲਤ ਨੂੰ ਹੜੱਪਣ ਦੀ ਬਿਰਤੀ ਨੂੰ ਖਤਮ ਕਰੇ। ਫਿਰ ਕੀ ਹੋਏਗਾ? ਤਬ ਜਾਏ ਜੋਤ ਉਜਾਰੋ ਲਹੇ। ਹੁਣ ਇੱਥੇ ਜਾਏ ਜੋਤ ਜੇ ਤੇ ਆਮ ਅਸੀਂ ਵੇਖਾਂਗੇ ਨਾ, ਤਾਂ ਸਾਨੂੰ ਇੰਜ ਲੱਗੇਗਾ ਕਿ ਉਹਦੀ ਜੋਤ ਚਲੀ ਜਾਏਗੀ। ਇਹ ਜਾਏ ਜੋਤ ਦਾ ਮਤਲਬ ਇਹ ਨਹੀਂ ਹੈ। ਇੱਥੇ ਜਾਏ ਦਾ ਮਤਲਬ ਹੈ ਜਾ ਕੇ, ਪਹੁੰਚ ਕੇ। ਜੋਤ ਦਾ ਮਤਲਬ ਜੋਤ ਵਿੱਚ, ਗਿਆਨ ਵਿੱਚ। ਉਜਾਰੋ ਲਹਿ ਦਾ ਮਤਲਬ ਚਾਨਣਾ ਪ੍ਰਾਪਤ ਕਰ ਲੈਂਦਾ ਹੈ, ਲਹਿ ਦਾ ਮਤਲਬ ਲੱਭ ਲੈਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਤਦੋਂ ਉੱਚੀ ਆਤਮਿਕ ਅਵਸਥਾ ਵਿੱਚ ਉਤਰ ਕੇ, ਪਹੁੰਚ ਕੇ, ਜੋਤ ਦਾ ਮਤਲਬ ਗਿਆਨ ਦੀ ਅਵਸਥਾ ਵਿੱਚ ਪਹੁੰਚ ਕੇ, ਵਿਵੇਕ ਬੁੱਧ, ਕਾਮਨ ਸੈਂਸ, ਗਿਆਨ ਦੀ ਅਵਸਥਾ, ਉੱਥੇ ਪਹੁੰਚ ਕੇ ਉਜਾਰੋ ਲਹਿ ਦਾ ਮਤਲਬ ਫਿਰ ਆਤਮਿਕ ਜੀਵਨ ਦਾ ਪ੍ਰਕਾਸ਼ ਹਾਸਲ ਕਰ ਲੈਂਦਾ ਹੈ। ਫਿਰ ਇਹਨੂੰ ਸੂਝ ਹੋ ਜਾਂਦੀ ਹੈ ਕਿ ਵਾਸਤਵ ਦੇ ਅੰਦਰ ਆਤਮਿਕ ਚਾਨਣ ਕੀ ਹੈ, ਆਤਮਿਕ ਗਿਆਨ ਕੀ ਹੈ, ਆਤਮਿਕ ਆਨੰਦ ਕੀ ਹੈ। ਫਿਰ ਇਸ ਚੀਜ਼ ਨੂੰ ਇਹ ਪ੍ਰਾਪਤ ਕਰ ਲੈਂਦਾ ਜਦੋਂ ਉਸ ਅਵਸਥਾ ਤੇ ਪਹੁੰਚਦਾ ਹੈ। ਕਿਹੜੀ ਅਵਸਥਾ ਤੇ? ਇਹਨੂੰ ਧਿਆਨ ਨਾਲ ਸਮਝਣਾ ਹੈ ਕਿ ਆਪਣੇ ਧਨ ਦਾ ਹੰਕਾਰ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਧਨ ਕਮਾਉਂਦਾ ਨਹੀਂ ਬੰਦਾ ਜਾਂ ਉਹ ਕੰਮ ਕਰਨਾ ਛੱਡ ਦਿੰਦਾ ਹੈ, ਕੰਮ ਕਰਦਾ ਹੈ ਉਹ, ਲੇਕਿਨ ਇਮਾਨਦਾਰੀ ਦੇ ਨਾਲ ਕੰਮ ਕਰਦਾ ਹੈ, ਪਹਿਲੀ ਗੱਲ। ਦੂਜੀ ਗੱਲ, ਜੋ ਉਸ ਦੇ ਕੋਲ ਹੈ ਉਹਦਾ ਉਹਨੂੰ ਹੰਕਾਰ ਨਹੀਂ ਹੈ, ਉਹ ਦੂਜਿਆਂ ਨੂੰ ਨੀਵਾਂ ਨਹੀਂ ਵਿਖਾਉਂਦਾ, ਆਪਣੇ ਧਨ ਦਾ ਮਿਸਯੂਜ਼ ਨਹੀਂ ਕਰਦਾ ਕਿ 4 ਪੈਸੇ ਦੇ ਕੇ ਕਿਸੇ ਨੂੰ ਥਾਣੇੋਂ 4 ਛਿੱਤਰ ਪਵਾ ਦੇਵੇ, 4 ਪੈਸੇ ਦੇ ਕੇ ਆਪਣੇ ਕਿਸੇ ਨੂੰ ਛੁਡਾ ਲੈ ਤੇ ਬਗਾਨੇ ਨੂੰ ਫਸਾ ਦੇ। ਇਹੋ ਜਿਹੇ ਕੰਮ ਉਹ ਨਹੀਂ ਕਰਦਾ। ਇਹਨੂੰ ਕਹਿੰਦੇ ਨੇ ਆਪਣੇ ਧਨ ਦੀ ਇਸ ਹੰਕਾਰ ਨੂੰ ਖਤਮ ਕਰਨਾ, ਪਹਿਲੀ ਗੱਲ।
ਕਿ ਹੰਕਾਰ ਨਹੀਂ ਹੈ, ਧਨ ਸਿਰਫ ਇੱਕ ਲੋੜ ਹੈ, ਉਹਦੇ ਨਾਲ ਉਹ ਆਪਣੀਆਂ ਸਹੀ ਲੋੜਾਂ ਪੂਰੀਆਂ ਕਰਦਾ ਹੈ। ਤੇ ਦੂਜੀ ਗੱਲ, ਲਾਲਚ ਦੀ ਜਿਹੜੀ ਬਿਰਤੀ ਹੈ, ਦੂਜਿਆਂ ਦੇ ਧਨਾਂ ਨੂੰ ਠੱਗਣਾ ਜਾਂ ਦੂਜਿਆਂ ਤੋਂ ਸੜਨਾ ਕਿ ਦੂਜਿਆਂ ਨੇ ਪ੍ਰਾਪਰਟੀ ਕਿਉਂ ਬਣਾ ਲਈ, ਜਦੋਂ ਇਹ ਦੋਵੇਂ ਚੀਜ਼ਾਂ ਖਤਮ ਹੋ ਜਾਂਦੀਆਂ ਨਾ, ਉਦੋਂ ਜ਼ਿੰਦਗੀ ਜੀਣ ਦਾ ਇੱਕ ਵੱਖਰਾ ਸਰੂਰ, ਵੱਖਰਾ ਆਨੰਦ ਮਿਲਦਾ ਹੈ। ਤੇ ਉਹ ਉਸ ਅਵਸਥਾ ਤੇ ਜਾ ਕੇ ਜਿਹੜਾ ਇਹ ਜ਼ਿੰਦਗੀ ਜੀਵੇਗਾ ਨਾ, ਜਿਹੜੀ ਬਿਆਨ ਕੀਤੀ ਜਾ ਰਹੀ ਹੈ, ਉਹ ਫਿਰ ਉਸ ਆਨੰਦ ਨੂੰ ਮਾਣ ਲਵੇਗਾ। ਉਜਾਰੋ ਲਹਿ ਦਾ ਮਤਲਬ ਉਹ ਪ੍ਰਾਪਤ ਕਰ ਲਏਗਾ, ਉਸ ਚੀਜ਼ ਨੂੰ ਮਾਣ ਲਵੇਗਾ। ਉਸ ਅਵਸਥਾ ਵਿੱਚ ਪਹੁੰਚ ਕੇ ਫਿਰ ਉਹ ਆਤਮਿਕ ਜੀਵਨ ਦਾ ਉਜਾਲਾ ਹਾਸਲ ਕਰ ਲੈਂਦਾ ਹੈ, ਆਤਮਿਕ ਜੀਵਨ ਨੂੰ ਮਾਣਦਾ ਹੈ, ਫਿਰ ਉਹਦੀ ਜ਼ਿੰਦਗੀ ਆਨੰਦਮਈ ਬਣ ਜਾਂਦੀ ਹੈ। ਝੱਝਾ ਉਰਜ ਸੂਰਜ ਨਹੀਂ ਜਾਣਾ। ਹੁਣ ਇਹ ਝੱਝਾ ਸ਼ਬਦ ਜੋ ਹੈ ਨਾ, ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਬੋਲਣਾ ਹੈ, ਔਰ ਉਹਨੂੰ ਬੋਲਣ ਵਾਸਤੇ ਨਾ ਥੋੜਾ ਜਿਹਾ ਮੈਨੂੰ ਧਿਆਨ ਨਾਲ ਸੁਣਿਓ। ਜਦੋਂ ਮੈਂ ਝੱਝਾ ਬੋਲਾਂਗਾ ਧਿਆਨ ਨਾਲ ਸੁਣਿਓ। ਦੇਖੋ ਮੈਂ ਬੋਲ ਰਿਹਾ ਝੱਝਾ, ਝੱਝਾ। ਹੁਣ ਪਿੱਛੇ ਕੀ ਬੋਲ ਰਿਹਾ? ਜਾ, ਝੱਝਾ, ਜਾ ਬੋਲ ਰਿਹਾ ਨਾ। ਜਾ ਜਿਹੜਾ ਸੀ ਜੱਜੇ ਵਿੱਚ ਬੋਲਣਾ ਚਾਹੀਦਾ ਹੈ, ਜੱਜਾ। ਤੇ ਜੇ ਇਹਨੂੰ ਵੀ ਮੈਂ ਬੋਲਾਂ ਝੱਜਾ ਤਾਂ ਫਿਰ ਇੱਕੋ ਤਰ੍ਹਾਂ ਹੀ ਬੋਲ ਗਿਆ ਨਾ, ਪਿੱਛੇ ਫਿਰ ਜਾ ਆ ਗਿਆ। ਇਸ ਲਈ ਇਹਨੂੰ ਝਾ ਬੋਲਣਾ ਹੈ ਪਿੱਛੇ, ਤੇ ਉਹਨੂੰ ਝਾ ਬੋਲਣ ਵਾਸਤੇ, ਤੇ ਝਾ ਨਹੀਂ, ਝਾ ਬੋਲਣ ਵਾਸਤੇ ਜਿਵੇਂ ਹਿੰਦੀ ਦੇ ਵਿੱਚ ਨਹੀਂ ਝਾ ਬੋਲੀ ਦਾ ਝੰਡਾ, ਉਸ ਟਾਈਪ ਦੇ ਨਾਲ ਜੇ ਬੋਲਣ ਦਾ ਯਤਨ ਕਰੋਗੇ ਤੇ ਇਹ ਬੜਾ ਵਧੀਆ ਬੋਲ ਜਾਏਗਾ। ਝੱਝਾ, ਝਾ, ਝੱਝਾ। ਝੱਝਾ ਉਰਜ ਸੂਰਜ ਨਹੀਂ ਜਾਣਾ। ਜਾਣਾ ਦਾ ਮਤਲਬ ਜਾਣਿਆ, ਸਮਝਿਆ, ਸਿੱਖਣਾ। ਉਰਜ, ਉਰਜ ਦਾ ਮਤਲਬ ਉਰਜਣਾ, ਉਰਜ ਜਾਣਾ, ਉਲਝਣਾ ਸਮਝਿਆ ਹੈ। ਸੁਰਜ ਦਾ ਮਤਲਬ ਸੁਲਝਣਾ, ਆਪਣੀ ਜ਼ਿੰਦਗੀ ਦੀਆਂ ਫਾਈਆਂ ਨੂੰ ਸੁਲਝਾ ਲੈਣਾ। ਸੁਰਜ ਨਹੀਂ ਜਾਣਾ, ਸੁਲਝਣਾ ਨਹੀਂ ਸਮਝਿਆ, ਫਾਈ ਚੋਂ ਨਿਕਲਣਾ ਕਿਵੇਂ ਹੈ। ਜਿਵੇਂ ਮੱਕੜੀ ਜਾਲੇ ਦੇ ਵਿੱਚ ਫਸ ਤੇ ਗਈ, ਪਰ ਹੁਣ ਨਿਕਲਣ ਦਾ ਕੋਈ ਢੰਗ ਨਹੀਂ ਹੈ, ਕਿਵੇਂ ਨਿਕਲਾਂ। ਬਾਣੀ ਵਿੱਚ ਇੱਕ ਹੋਰ ਜਗ੍ਹਾ ਵੀ ਬਚਨ ਆਇਆ ਹੈ, ਫਾਸਨ ਕੀ ਵਿਦ ਸਭ ਕੂ ਜਾਣੈ, ਛੂਟਨ ਕੀ ਇੱਕ ਕੋਈ। ਕਿ ਜਿੰਨੇ ਵੀ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਈਰਖਾ ਹੈ, ਦਵੇਸ਼ ਹੈ, ਵੈਰ ਵਿਰੋਧ ਹੈ, ਮੇਰ ਤੇਰ ਦੀਆਂ ਭਾਵਨਾਵਾਂ ਨੇ, ਜਾਤੀਵਾਦ ਹੈ, ਮਨਮਤਾਂ ਨੇ, ਆ ਜਿੰਨੇ ਵੀ ਕਰਮ ਕਾਂਡ ਨੇ, ਇਹਨਾਂ ਵਿੱਚ ਬੰਦਾ ਉਲਝ ਤੇ ਗਿਆ ਹੈ, ਪਰ ਇਹਨਾਂ ਚੋਂ ਬਾਹਰ ਕਿਵੇਂ ਨਿਕਲੇ ਇਸ ਬਾਰੇ ਪਤਾ ਨਹੀਂ। ਇਸ ਬਾਰੇ ਪਤਾ ਨਹੀਂ ਹੈ। ਡਿਪਰੈਸ਼ਨ ਦਾ ਸ਼ਿਕਾਰ ਤੇ ਹੋ ਗਿਆ, ਚਿੰਤਾ ਕਰ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਤਾਂ ਹੋ ਗਿਆ, ਉਲਝ ਤੇ ਗਿਆ ਹੈ, ਪਰ ਇਸ ਡਿਪਰੈਸ਼ਨ ਤੋਂ ਬਾਹਰ ਕਿਵੇਂ ਆਵਾਂ ਇਹਦੇ ਬਾਰੇ ਪਤਾ ਨਹੀਂ ਹੈ। ਚਿੰਤਾ ਸਹਿੜ ਤੇ ਲਈ ਹੈ, ਚਿੰਤਾ ਕਰ ਕਰਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਿੰਤਾ ਵਿੱਚ ਉਲਝਿਆ ਹੋਇਆ ਹੈ, ਪਰ ਇਸ ਚਿੰਤਾ ਤੋਂ ਬਾਹਰ ਕਿਵੇਂ ਨਿਕਲਾਂ ਇਹਦਾ ਪਤਾ ਨਹੀਂ ਹੈ। ਕੰਮ ਗਵਾ ਤੇ ਬੈਠਾ ਹੈ, ਲੇਕਿਨ ਇਹਨੂੰ ਹੁਣ ਸਵਾਰਾਂ ਕਿਵੇਂ ਇਹਦੇ ਬਾਰੇ ਪਤਾ ਨਹੀਂ ਹੈ। ਤਾਂ ਕਬੀਰ ਜੀ ਸਾਨੂੰ ਝੱਝੇ ਅਕਸ਼ਰ ਰਾਹੀਂ ਸਮਝਾ ਰਹੇ ਨੇ ਕਿ ਜਿਹੜੇ ਲੋਕ ਨੇ ਇਸ ਦੁਨੀਆ ਵਿੱਚ ਵਿਸ਼ੇ ਵਿਕਾਰਾਂ ਦੇ ਅੰਦਰ ਫਸਦੇ ਗਏ ਨੇ, ਉਲਝਣਾਂ ਦੇ ਵਿੱਚ ਫਸਣਾ ਤੇ ਜਾਣਦੇ ਨੇ, ਬਹਿਸ ਕਰਨੀ ਜਾਣਦੇ ਨੇ, ਲੜਨਾ ਜਾਣਦੇ ਨੇ, ਪਰ ਸੁਲਝ ਨਹੀਂ ਜਾਣਾ। ਇਹਨਾਂ ਉਲਝਣਾਂ ਦੇ ਵਿੱਚੋਂ ਸੁਲਝਣਾ ਕਿਵੇਂ ਹੈ, ਇਹਨਾਂ ਨੂੰ ਸੁਲਝਾਣਾ ਕਿਵੇਂ ਹੈ, ਇਹ ਨਹੀਂ ਜਾਣਦੇ। ਇਸ ਚੀਜ਼ ਨੂੰ ਨਾ ਹਰ ਪਾਸੇ ਤੁਸੀਂ ਬੜੇ ਵਿਸਥਾਰ ਨਾਲ ਵਿਚਾਰ ਸਕਦੇ ਹੋ ਕਿ ਮੈਂ ਨੈਗੇਟਿਵਿਟੀ ਵਿੱਚ ਉਲਝ ਗਿਆ ਪਰਸਨਲੀ ਤੌਰ ਤੇ, ਲੇਕਿਨ ਮੈਨੂੰ ਹੁਣ ਪੋਜ਼ਿਟਿਵ ਹੋਣ ਦਾ ਪਤਾ ਨਹੀਂ ਹੈ। ਦੂਜੀ ਗੱਲ, ਹੁਣ ਮੈਂ ਤੁਹਾਡੇ ਨਾਲ ਬਹਿਸ ਕਰਨੀ ਸਿੱਖ ਲਈ ਹੈ, ਬਹਿਸ ਵਾਲਾ ਸੁਭਾਅ ਬਣਾ ਲਿਆ, ਪਰ ਇਸ ਬਹਿਸ ਵਾਲੇ ਸੁਭਾਅ ਤੋਂ ਬਾਹਰ ਕਿਵੇਂ ਆਵਾਂ ਇਹ ਮੈਨੂੰ ਪਤਾ ਨਹੀਂ ਹੈ। ਘਰ ਦੇ ਵਿੱਚ ਅਸੀਂ ਸਾਰੇ ਜੀ ਕਲੇਸ਼ ਤੇ ਪਾਈ ਬੈਠੇ ਹਾਂ, ਲੜਨ ਨੂੰ ਅਸੀਂ ਸਾਰੇ ਸ਼ੇਰ ਹਾਂ, ਪਰ ਇਸ ਘਰ ਦੇ ਕਲੇਸ਼ ਨੂੰ ਖਤਮ ਕਿਵੇਂ ਕਰੀਏ ਇਸ ਬਾਰੇ ਸਾਨੂੰ ਪਤਾ ਨਹੀਂ ਹੈ। ਜਾਤੀਵਾਦ ਵਿੱਚ ਅਸੀਂ ਫਸ ਗਏ ਹਾਂ ਸਮਾਜਿਕ ਤੌਰ ਤੇ, ਪਰ ਇਹ ਜਾਤੀਵਾਦ ਨੂੰ ਖਤਮ ਕਿਵੇਂ ਕਰੀਏ ਇਹਦੇ ਬਾਰੇ ਪਤਾ ਨਹੀਂ ਹੈ। ਰਾਜਨੀਤਿਕ ਤੌਰ ਤੇ ਕਿੰਨੀਆਂ ਉਲਝਣਾਂ ਪੈਦਾ ਕਰ ਲਈਆਂ ਨੇ ਸੀਮਾਵਾਂ ਦੀਆਂ, ਐਟਮ ਬੰਬ ਬਣਾਈ ਫਿਰਦੇ ਨੇ ਇੱਕ ਦੇਸ਼ ਦੂਜੇ ਦੇਸ਼ ਵਾਸਤੇ। ਇਹਨਾਂ ਐਟਮੀ ਹਥਿਆਰਾਂ ਨੂੰ ਖਤਮ ਕਰਕੇ, ਇਹਨਾਂ ਸੀਮਾਵਾਂ ਨੂੰ ਖਤਮ ਕਰਕੇ ਇੱਕ ਦੇਸ਼ ਕਿਵੇਂ ਬਣਾ ਦਈਏ ਸਾਰੇ ਸੰਸਾਰ ਨੂੰ, ਇਹਦੇ ਬਾਰੇ ਨਹੀਂ ਪਤਾ, ਸਮਝ ਨਹੀਂ। ਰਾਜਨੀਤਿਕ ਪਾਰਟੀਆਂ ਉਲਝੀਆਂ ਹੋਈਆਂ ਨੇ, ਲੇਕਿਨ ਸੁਲਝਣ ਕਿਵੇਂ ਪਤਾ ਨਹੀਂ। ਧਾਰਮਿਕ ਬਖੇੜੇ ਖੜੇ ਤੇ ਕਰ ਲੈਣੇ, ਧਾਰਮਿਕ ਕਰਮ ਕਾਂਡਾਂ ਵਿੱਚ ਫਸ ਤੇ ਲੋਕ ਗਏ ਨੇ, ਪਰ ਇਹਨਾਂ ਨੂੰ ਖਤਮ ਕਿਵੇਂ ਕੀਤਾ ਜਾਵੇ ਇਸ ਬਾਰੇ ਪਤਾ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਝੱਝਾ ਉਰਜ ਸੂਰਜ ਨਹੀਂ ਜਾਣਾ,
ਝੱਝੇ ਅਕਸ਼ਰ ਰਾਹੀਂ ਉਪਦੇਸ਼ ਕਰ ਰਹੇ ਨੇ। ਮਨੁੱਖ ਦੀ ਇਹ ਪ੍ਰੋਬਲਮ ਹੈ, ਇਹਨੇ ਉਲਝਣਾ ਸਿੱਖ ਲਿਆ ਹੈ, ਲੇਕਿਨ ਇਹਨੇ ਸੁਲਝਣਾ ਨਹੀਂ ਸਿੱਖਿਆ ਕਿ ਮੈਂ ਸੁਲਝਾਂ ਕਿਵੇਂ। ਇਹ ਸੁਲਝਾਂ ਕਿਵੇਂ, ਜਿਵੇਂ ਹੁਣ ਅੱਜ ਕੱਲ੍ਹ ਨਾ CBT ਕੋਗਨੀਟਿਵ ਬਿਹੇਵੀਅਰ ਥੈਰੇਪੀ ਰਾਹੀਂ ਆਦਤਾਂ ਬਦਲਣ ਵਾਸਤੇ ਕਾਉਂਸਲਿੰਗ ਕੀਤੀ ਜਾਂਦੀ ਹੈ। ਬੜਾ ਸੋਹਣਾ ਮੈਥਡ ਹੈ, ਬੜੇ ਤਰੀਕੇ ਦੇ ਨਾਲ ਉਹ ਸਮਝਾਉਂਦੇ ਨੇ। ਹੁਣ ਦੇਖੋ ਗੁਰੂ ਸਾਹਿਬ ਜੀ ਸਾਨੂੰ 500-600 ਸਾਲ ਪਹਿਲਾਂ ਇਹ ਚੀਜ਼ਾਂ ਦੱਸ ਰਹੇ ਨੇ, ਸੁਲਝਣ ਬਾਰੇ ਦੱਸ ਰਹੇ ਨੇ। ਅੱਝਾ ਚੱਝਾ ਉਰਜ ਸੁਰਜ ਨਹੀਂ ਜਾਣਾ, ਰਹਿਓ ਝਝਕ ਨਾਹੀ ਪਰਵਾਨਾ। ਤੇ ਜਿਹੜਾ ਉਲਝਣਾ ਤੇ ਜਾਣਦਾ ਹੈ, ਲੇਕਿਨ ਆਪਣੇ ਜੀਵਨ ਦੀਆਂ ਘੁੰਡੀਆਂ ਨੂੰ, ਮੁਸੀਬਤਾਂ ਨੂੰ, ਦੁੱਖਾਂ ਨੂੰ, ਕਲੇਸ਼ਾਂ ਨੂੰ, ਪਰੇਸ਼ਾਨੀਆਂ ਨੂੰ, ਨੈਗੇਟਿਵਿਟੀ ਨੂੰ ਸੁਲਝਾਉਣਾ ਨਹੀਂ ਜਾਣਦਾ। ਸਮੱਸਿਆਵਾਂ ਕ੍ਰੀਏਟ ਤੇ ਕਰ ਲਈਆਂ ਨੇ, ਪਰ ਸਮੱਸਿਆਵਾਂ ਨੂੰ ਸੁਲਝਾਉਣਾ ਨਹੀਂ ਜਾਣਦਾ। ਬਹਿਸ ਕਰਨਾ ਜਾਣਦਾ ਹੈ, ਬਹਿਸ ਤੋਂ ਬਚਣਾ ਕਿਵੇਂ ਹੈ ਇਹ ਚੀਜ਼ਾਂ ਨਹੀਂ ਸਮਝਦਾ। ਤਾਂ ਗੁਰੂ ਜੀ ਕਹਿੰਦੇ ਨੇ ਉਹਦਾ ਹਾਲਾਤ ਕੀ ਹੁੰਦੀ ਹੈ, ਰਹਿਓ ਝਝਕ। ਇਹਨੂੰ ਝਝਕ ਨਹੀਂ ਪੜਨਾ, ਜੱਜਾ ਨਹੀਂ ਬੋਲਣਾ, ਵਿਚਕਾਰ ਵੀ ਝੱਜਾ ਬੋਲਣਾ ਚਾਹੀਦਾ ਹੈ। ਰਹਿਓ ਝਝਕ ਨਾ ਹੀ ਪਰਵਾਨਾ। ਰਹਿਓ ਝਝਕ, ਝਝਕ ਦਾ ਮਤਲਬ ਝਾਕਦਾ ਹੀ ਰਹਿੰਦਾ ਹੈ। ਹੁਣ ਝਕਣ ਨੂੰ ਤੇ ਤੁਸੀਂ ਸਮਝਦੇ ਹੋ ਪੰਜਾਬੀ ਚ ਕਿ ਉਹਨੂੰ ਝਾਕਾ ਆਉਂਦਾ ਹੈ, ਮੈਂ ਤੇ ਝਕਦਾ ਹੀ ਰਹਿਣਾ, ਮੈਂ ਇਹ ਗੱਲ ਕਹਿਣੀ ਸੀ, ਮੈਂ ਝਕ ਗਿਆ। ਝਕਣ ਦਾ ਮਤਲਬ ਕਿ ਸਹਿਮ ਜਾਣਾ, ਡਰਿਆ ਰਹਿਣਾ ਕਿ ਪਤਾ ਨਹੀਂ ਅਗਲਾ ਕੀ ਕਹੇਗਾ। ਇੱਥੇ ਝਝਕ ਦਾ ਮਤਲਬ ਸੰਸਿਆਂ ਵਿੱਚ ਪਿਆ ਰਹਿਣਾ, ਤੌਖਲਿਆਂ ਦੇ ਅੰਦਰ ਫਸਿਆ ਰਹਿਣਾ, ਡਰਾਂ ਦੇ ਅੰਦਰ ਪਿਆ ਰਹਿਣਾ। ਤਾਂ ਐਸਾ ਜਿਹੜਾ ਇਨਸਾਨ ਹੈ ਉਹ ਸਾਰੀ ਜ਼ਿੰਦਗੀ ਸੰਸਿਆਂ ਵਿੱਚ ਪਿਆ ਰਹਿੰਦਾ ਹੈ, ਸਾਰੀ ਜ਼ਿੰਦਗੀ ਸਹਿਮਿਆ ਰਹਿੰਦਾ ਹੈ। ਉਹਦਾ ਜੀਵਨ ਕਬੂਲ ਨਹੀਂ ਹੁੰਦਾ, ਨਾ ਹੀ ਪਰਵਾਨਾ, ਉਹਦਾ ਜੀਵਨ ਕਬੂਲ ਨਹੀਂ ਹੁੰਦਾ। ਉਹ ਰੱਬ ਦੇ ਦਰ ਤੇ ਵੀ ਪ੍ਰਵਾਨ ਨਹੀਂ। ਐਸਾ ਬੰਦਾ ਆਪਣੇ ਆਪ ਦੇ ਵਿੱਚ ਵੀ ਪ੍ਰਵਾਨ ਨਹੀਂ ਹੁੰਦਾ। ਕਈ ਵਾਰ ਅਸੀਂ ਆਪਣੇ ਜੀਵਨ ਨੂੰ ਦੇਖਦੇ ਹਾਂ ਇਮਾਨਦਾਰੀ ਦੇ ਨਾਲ, ਕਈ ਵਾਰ ਐਸੇ ਵਿਚਾਰ ਆਉਂਦੇ ਨੇ ਕਿ ਯਾਰ ਮੈਂ ਆਪਣੇ ਜੀਵਨ ਵਿੱਚ ਫੇਲ ਹੋਇਆ, ਮੈਨੂੰ ਐਸਾ ਕੁਝ ਨਹੀਂ ਸੀ ਕਰਨਾ ਚਾਹੀਦਾ, ਮੇਰਾ ਜੀਵਨ ਠੀਕ ਨਹੀਂ ਹੈ। ਤਾਂ ਐਸਾ ਜਿਹੜਾ ਇਨਸਾਨ ਹੈ ਉਹਦਾ ਜੀਵਨ ਪ੍ਰਭੂ ਦਰ ਤੇ ਪ੍ਰਵਾਨ ਨਹੀਂ ਹੈ। ਜਿਨਨੇ ਉਲਝਣਾ ਤੇ ਸਮਝ ਲਿਆ ਹੈ ਲੇਕਿਨ ਸੁਲਝਣਾ ਨਹੀਂ ਜਾਣਦਾ, ਉਹ ਸਮਾਜ ਵਿੱਚ ਵੀ ਪ੍ਰਵਾਨ ਨਹੀਂ ਹੁੰਦਾ। ਝਗੜੇ ਕਰਨਾ ਤੇ ਜਾਣਦਾ ਹੋਏ ਪਰ ਸੁਲਝਾਣਾ ਨਹੀਂ ਜਾਣਦਾ। ਤੇ ਜਿੱਥੇ ਸੁਲਝਾਉਣ ਦੀ ਜਾਂਚ ਨਾ ਹੋਵੇ ਫਿਰ ਉੱਥੇ ਕੀ ਹੁੰਦਾ ਹੈ, ਪਰਿਵਾਰ ਟੁੱਟ ਜਾਂਦੇ ਨੇ, ਉੱਥੇ ਫਿਰ ਤਲਾਕਾਂ ਹੋ ਜਾਂਦੀਆਂ ਨੇ, ਉੱਥੇ ਭਰਾ ਭਰਾਵਾਂ ਦੇ ਕਤਲ ਕਰ ਦਿੰਦੇ, ਉੱਥੇ ਫਿਰ ਇੱਕ ਦੂਜੇ ਦੇ ਉੱਤੇ ਕੇਸ ਚੱਲਦੇ ਨੇ, ਲੜਾਈਆਂ ਹੋ ਜਾਂਦੀਆਂ ਨੇ, ਦੰਗੇ ਹੋ ਜਾਂਦੇ ਨੇ, ਫਸਾਦ ਹੋ ਜਾਂਦੇ ਨੇ, ਬੋਲ ਬਾਣੀ ਬੰਦ ਹੋ ਜਾਂਦੀ ਹੈ, ਰਿਸ਼ਤੇ ਟੁੱਟ ਜਾਂਦੇ ਨੇ, ਮਿੱਤਰਤਾਵਾਂ ਟੁੱਟ ਜਾਂਦੀਆਂ ਨੇ, ਪਰਿਵਾਰ ਬਿਖਰ ਜਾਂਦੇ ਨੇ, ਕਿਉਂਕਿ ਸੁਲਝਾਉਣ ਦਾ ਨਹੀਂ ਪਤਾ। ਤੇ ਐਸੇ ਫਿਰ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਸੁਲਝਣ ਦਾ ਨਹੀਂ ਪਤਾ ਹੈ, ਉਹ ਲੋਕ ਫਿਰ ਸਾਰੀ ਜ਼ਿੰਦਗੀ ਸੰਸਿਆਂ ਔਰ ਸਹਿਮਾਂ ਦੇ ਵਿੱਚ ਪੈ ਰਹਿੰਦੇ। ਕਤ ਝਖ ਝਖ ਔਰਨ ਸਮਝਾਵਾ, ਇੱਥੇ ਸਮਝਾਵਾ ਨਹੀਂ ਪੜਨਾ ਬਿੰਦੀ ਲਾ ਕੇ, ਸਮਝਾਵਾ ਥਰਡ ਪਰਸਨ ਦੀ, ਸੈਕੰਡ ਪਰਸਨ ਦੀ ਗੱਲ ਹੋ ਰਹੀ ਹੈ ਕਿ ਤੂੰ ਸਮਝਾਉਂਦਾ ਫਿਰਦਾ ਹੈ। ਕਤ ਦਾ ਮਤਲਬ ਕਿੱਥੇ, ਯਾਨੀ ਕਿਸ ਅਰਥ। ਝਖ ਝਖ ਦਾ ਮਤਲਬ ਝਖਾ ਮਾਰ ਮਾਰ ਕੇ, ਅਸੀਂ ਕਹਿੰਦੇ ਨਾ ਫਲਾਂ ਬੰਦਾ ਤੇ ਝਖਾ ਮਾਰਦਾ ਹੈ। ਝਖਣ ਦਾ ਮਤਲਬ ਹੁੰਦਾ ਹੈ ਐਸੇ ਬੋਲ ਬੋਲਣੇ ਜਿਨ੍ਹਾਂ ਬੋਲਾਂ ਦੇ ਨਾਲ ਦੂਜਿਆਂ ਨੂੰ ਦੁੱਖ ਮਿਲੇ, ਜਿਨ੍ਹਾਂ ਬੋਲਾਂ ਨਾਲ ਦੂਜਿਆਂ ਨੂੰ ਦੁੱਖ ਮਿਲੇ, ਉਹਨੂੰ ਕਹਿੰਦੇ ਨੇ ਝੱਖ ਮਾਰਨਾ, ਵਿਅਰਥ ਬੋਲ। ਔਰਨ ਦਾ ਮਤਲਬ ਹੋਰਾਂ ਨੂੰ, ਸਮਝਾਵਾ ਦਾ ਮਤਲਬ ਮੱਤਾਂ ਦਿੰਦਾ ਰਿਹਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਹਿਸ ਕਰ ਕਰਕੇ, ਬਹਿਸਾਂ ਕਰ ਕਰਕੇ ਦੂਜੇ ਲੋਕਾਂ ਨੂੰ ਮੱਤਾਂ ਦੇਣ ਦਾ ਲਾਭ ਕੀ ਹੋਇਆ। ਕਤ ਝਕ ਝਕ ਔਰਨ ਸਮਝਾਵਾ, ਬਹਿਸ ਕਰ ਕਰਕੇ, ਵਿਕਾਰਾਂ ਵਿੱਚ ਫਸ ਕੇ ਦੂਜਿਆਂ ਨੂੰ ਮੱਤਾਂ ਦੇਣ ਦਾ ਫਾਇਦਾ ਕੀ ਹੋਇਆ। ਕਿਉਂ, ਝਗਰ ਕੀਏ ਝਗਰੋ ਹੀ ਪਾਵਾ। ਝਗਰ ਦਾ ਮਤਲਬ ਬਹਿਸ, ਝਗਰੋ ਦਾ ਮਤਲਬ ਝਗੜਾ, ਲੜਾਈ, ਬਹਿਸ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਹਿਸ ਕਰ ਕਰਕੇ ਬਹਿਸ ਹੀ ਮਿਲਦੀ ਹੈ, ਝਗੜੇ ਕਰ ਕਰਕੇ ਝਗੜਾ ਹੀ ਪੱਲੇ ਪਏਗਾ। ਤੁਸੀਂ ਮੇਰੇ ਨਾਲ ਬਹਿਸੀ ਜਾਓ, ਮੈਂ ਤੁਹਾਡੇ ਨਾਲ ਬਹਿਸੀ ਜਾਵਾਂ, ਔਰ ਅਸੀਂ ਦੋਵੇਂ ਆਪਣੇ ਆਪਣੇ ਵਿਚਾਰ ਤੇ ਅੜੇ ਰਹੀਏ ਔਰ ਦੋਵੇਂ ਹੀ ਗਲਤ ਹੋਈਏ, ਤੇ ਉਹਦਾ ਰਿਜ਼ਲਟ ਕੀ ਨਿਕਲੇਗਾ, ਸੁਲ੍ਹਾ ਥੋੜਾ ਨਿਕਲੇਗਾ। ਬਹਿਸ ਦਾ ਰਿਜ਼ਲਟ ਆਖਿਰ ਬਹਿਸ ਹੀ ਨਿਕਲੇਗਾ, ਝਗੜੇ ਦਾ ਰਿਜ਼ਲਟ ਝਗੜਾ ਨਿਕਲੇਗਾ, ਲੜਾਈ ਨਿਕਲੇਗੀ। ਔਰ ਲੋਕਾਂ ਨੇ ਬਹਿਸਾਂ ਕਰ ਕਰਕੇ, ਸੱਚ ਨੂੰ ਛੱਡ ਕੇ, ਗੁਨਾਹ ਨੂੰ ਛੱਡ ਕੇ ਆਪਣੇ ਗਲਾਂ ਦੇ ਅੰਦਰ ਖਾਮ-ਖਾ ਝਗੜੇ ਪਾ ਲਏ, ਬੇਕਾਰ ਦੇ, ਵਿਅਰਥ ਦੇ, ਜਿਹੜੇ ਕਿ ਪੈਣੇ ਨਹੀਂ ਸੀ ਚਾਹੀਦੇ।
ਹੁਣ ਮੈਂ ਤੇ ਤੁਸੀਂ ਲੜ ਪੈਂਦੇ ਤਾਂ ਸਮਝ ਆਉਂਦੀ ਹੈ ਕਿ ਯਾਰ ਇਹਨਾਂ ਦੇ ਵਿਚਾਰ ਨਹੀਂ ਰਲਦੇ, ਇੱਕ ਦੂਜੇ ਪਿੰਡ ਦਾ ਜਾਂ ਗੁਆਂਢੀ ਨੇ ਜਾਂ ਪੈਲੀ ਤੋਂ ਬੰਨੇ ਤੋਂ ਵੱਟ ਤੋਂ ਲੜ ਪਏ, ਇਹ ਤਾਂ ਸਮਝ ਆਈ। ਤੇ ਜੇ ਮੈਂ ਤੇ ਮੇਰੀ ਘਰ ਵਾਲੀ ਹੀ ਲੜ ਰਹੇ ਆ, ਮੈਂ ਨੂੰਹ ਪੁੱਤਰ ਨਾਲ ਹੀ ਬਹਿਸ ਰਿਹਾ, ਨੂੰਹ ਪੁੱਤਰ ਆਪਸ ਦੇ ਵਿੱਚ ਹੀ ਨਹੀਂ ਬਣਦੀ ਪਈ, ਪਰਿਵਾਰ ਦੇ ਜੀ ਆਪਸ ਦੇ ਵਿੱਚ ਹੀ ਨਹੀਂ ਬਣ ਰਹੀ, ਝਗੜਾ ਹੀ ਕਰੀ ਜਾ ਰਹੇ ਨੇ, ਤਾਂ ਪ੍ਰੋਬਲਮ ਹੈ ਨਾ। ਤਾਂ ਉਸ ਬਹਿਸ ਦਾ ਲਾਭ ਕੀ ਹੈ ਕਿ ਆਪਣੇ ਹੀ ਘਰ ਨੂੰ ਯੁੱਧ ਦਾ ਅਖਾੜਾ ਬਣਾ ਲਓ, ਆਪਣੀ ਹੀ ਜ਼ਿੰਦਗੀ ਨੂੰ ਬਰਬਾਦ ਕਰ ਲਓ। ਔਰ ਜਦੋਂ ਪਰਿਵਾਰਾਂ ਦੇ ਵਿੱਚ ਇਸ ਟਾਈਪ ਦੇ ਜੀ ਹੁੰਦੇ ਨੇ ਜਾਂ ਆਪਸੀ ਬਿਹੇਵੀਅਰ ਹੁੰਦਾ ਹੈ, ਤਾਂ ਉਦੋਂ ਕੀ ਹੁੰਦਾ ਹੈ, ਜਿਸ ਪਰਿਵਾਰ ਵਿੱਚ ਹੋਏਗਾ ਉਹ ਪਰਿਵਾਰ ਹੀ ਨਰਕ ਬਣੇਗਾ ਨਾ, ਦੂਜਿਆਂ ਦਾ ਤਾਂ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੈ, ਆਪਣਾ ਪਰਿਵਾਰ ਹੀ ਨਰਕ ਬਣੇਗਾ, ਆਪਣੀ ਜ਼ਿੰਦਗੀ ਹੀ ਨਰਕ ਬਣੇਗੀ। ਜੇ ਮੈਂ ਬਹਿਸਾਂਗਾ ਨਜਾਇਜ਼ ਤਾਂ ਦੁਖੀ ਮੈਂ ਹੀ ਹੋਵਾਂਗਾ, ਜਾਂ ਜਿਹੜਾ ਮੇਰੇ ਨਾਲ ਬਹਿਸ ਰਿਹਾ ਉਹ ਹੋਏਗਾ, ਤੀਜੇ ਨਾਲ ਤੇ ਕੋਈ ਮਤਲਬ ਨਹੀਂ ਨਾ। ਤਾਂ ਗੁਰੂ ਜੀ ਕਹਿੰਦੇ ਨੇ ਲੋਕ ਜਿਹੜੇ ਨੇ ਝਗੜੇ ਕਰ ਕਰਕੇ ਆਪਣੇ ਗਲਾਂ ਵਿੱਚ ਸਿਰਫ ਝਗੜੇ ਪਾ ਲੈਂਦੇ ਨੇ, ਝਗੜੇ ਕਰੋਗੇ ਤੇ ਝਗੜੇ ਹੀ ਪੈਣਗੇ ਗਲ ਵਿੱਚ, ਕਿਉਂਕਿ ਬੁਰਾਈਆਂ ਨੇ, ਬੇਵਿਸ਼ਵਾਸੀ ਹੈ, ਝੂਠ ਹੈ, ਫਰੇਬ ਹੈ, ਐਸੇ ਕਰਮ ਕਰੋਗੇ ਤਾਂ ਜ਼ਿੰਦਗੀ ਵਿੱਚ ਝਗੜੇ ਪੱਲੇ ਪੈਣਗੇ। ਤੇ ਜੇ ਸਤ ਸੰਤੋਖ ਦੇ ਨਾਲ ਜੁੜੋਗੇ ਤਾਂ ਜੀਵਨ ਦੇ ਅੰਦਰ ਪਿਆਰ ਮੁਹੱਬਤ ਪੈਦਾ ਹੋਏਗਾ। ਤਾਂ ਕਬੀਰ ਜੀ ਸਾਨੂੰ ਇੱਥੇ ਦੱਸ ਰਹੇ ਨੇ ਕਿ ਲੋਕਾਂ ਨੇ ਉਲਝਣਾ ਸਿੱਖ ਲਿਆ ਹੈ, ਸੁਲਝਣਾ ਨਹੀਂ ਸਿੱਖਿਆ। ਇੱਥੋਂ ਸਾਨੂੰ ਇੱਕ ਬਹੁਤ ਪਿਆਰੀ ਦਾਤ ਮਿਲ ਰਹੀ ਹੈ, ਔਰ ਇਹ ਆਦਤਾਂ ਹਰ ਬੰਦੇ ਵਿੱਚ ਹੁੰਦੀਆਂ ਨੇ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਹੋਰਾਂ ਵਿੱਚ ਵੀ ਹੋ ਸਕਦੀਆਂ ਨੇ, ਕਿਸੇ ਵਿੱਚ ਵੀ ਹੋ ਸਕਦੀਆਂ ਨੇ। ਆਮ ਜਦੋਂ ਤੁਸੀਂ ਗੱਲਬਾਤ ਕਰੋਗੇ ਜਾਂ ਅਸੀਂ ਸੁਣਾਂਗੇ ਨਾ, ਤਾਂ ਆਮ ਅਸੀਂ ਸਮੱਸਿਆਵਾਂ ਗਿਣਦੇ ਹਾਂ ਕਿ ਇਹ ਸਮੱਸਿਆ ਹੈ, ਇਹ ਸਮੱਸਿਆ ਹੈ, ਇਹ ਸਮੱਸਿਆ ਹੈ, ਸਮੱਸਿਆਵਾਂ ਲੋਕ ਗਿਣ ਰਹੇ ਨੇ। ਤੇ ਸਮੱਸਿਆਵਾਂ ਗਿਣ ਕੇ ਕੀ ਹੋਏਗਾ, ਸਮੱਸਿਆਵਾਂ ਹੀ ਪੱਲੇ ਪੈਣਗੀਆਂ। 2-4 ਸਮੱਸਿਆਵਾਂ ਤੁਸੀਂ ਦੱਸੀਆਂ, ਮੈਨੂੰ ਉਹਨਾਂ ਬਾਰੇ ਨਹੀਂ ਸੀ ਪਤਾ, ਮੇਰੇ ਦਿਮਾਗ ਵਿੱਚ ਉਹ ਆ ਗਈਆਂ। 2-3 ਸਮੱਸਿਆਵਾਂ ਮੈਂ ਦੱਸੀਆਂ, ਤੁਹਾਨੂੰ ਉਹਨਾਂ ਬਾਰੇ ਨਹੀਂ ਸੀ ਪਤਾ, ਤੁਹਾਡੇ ਦਿਮਾਗ ਵਿੱਚ 2-3 ਸਮੱਸਿਆਵਾਂ ਹੋਰ ਆ ਗਈਆਂ। ਅਸੀਂ ਹੁਣ ਉਹਨਾਂ ਸਮੱਸਿਆਵਾਂ ਨੂੰ ਅੱਗੇ ਫੈਲਾ ਕੇ ਸਮੱਸਿਆ ਕ੍ਰੀਏਟਰ ਬਣ ਰਹੇ ਹਾਂ। ਅਸੀਂ ਸਮੱਸਿਆਵਾਂ ਕ੍ਰੀਏਟ ਕਰ ਰਹੇ ਹਾਂ, ਫਸ ਰਹੇ ਹਾਂ, ਉਲਝ ਰਹੇ ਹਾਂ। ਇਹਨਾਂ ਸਮੱਸਿਆਵਾਂ ਦਾ ਸੋਲੂਸ਼ਨ ਕੀ ਹੈ, ਇਹਦੇ ਬਾਰੇ ਬੋਲਣਾ ਚਾਹੀਦਾ। ਸਾਨੂੰ ਇੱਥੋਂ ਦਾਤ ਮਿਲ ਰਹੀ ਹੈ, ਇਹਨਾਂ ਸਮੱਸਿਆਵਾਂ ਨੂੰ ਸੋਲਵ ਕਿਵੇਂ ਕਰਨਾ ਹੈ। ਜੇ ਸਾਡੀ ਅਸੀਂ ਧਰਮ ਦੀ ਗੱਲ ਕਰੀਏ, ਕੋਈ ਮਰਿਆਦਾ ਦੀ ਪ੍ਰੋਬਲਮ ਹੈ ਤਾਂ ਸਮੱਸਿਆ ਤਾਂ ਹੈ, ਪਰ ਸਮੱਸਿਆ ਗਿਣਨ ਦੇ ਨਾਲ ਕੁਝ ਨਹੀਂ ਹੋਣਾ। ਸਮੱਸਿਆ ਦਾ ਸੋਲੂਸ਼ਨ ਕੀ ਹੈ ਉਹ ਲੱਭਣਾ। ਜੇ ਸਾਡੀ ਕੋਈ ਆਰਥਿਕ ਪ੍ਰੋਬਲਮ ਹੈ ਤਾਂ ਪ੍ਰੋਬਲਮ ਤਾਂ ਹੈ, ਪਰ ਪ੍ਰੋਬਲਮ ਨੂੰ ਗਿਣਨ ਦੇ ਨਾਲ ਆਰਥਿਕ ਪ੍ਰੋਬਲਮ ਨੇ ਸੋਲਵ ਨਹੀਂ ਹੋਣਾ। ਉਹਦਾ ਸੋਲੂਸ਼ਨ ਕੀ ਹੈ। ਮੈਂ ਤੇ ਤੁਸੀਂ ਲੜ ਰਹੇ ਹਾਂ, ਲੜਨ ਦਾ ਕਾਰਨ ਸਾਡੇ ਕੋਲ ਵਾਧੂ ਹੈ। ਤੂੰ ਇਹ ਕਿਹਾ, ਤੂੰ ਇਹ ਕਿਹਾ, ਇਹ ਕਹਿਣ ਦੇ ਨਾਲ ਸਮੱਸਿਆ ਹੱਲ ਨਹੀਂ ਹੋਣੀ, ਹੋਰ ਵਧੇਗੀ। ਮੈਂ ਕੀ ਕਿਹਾ, ਤੁਸੀਂ ਇਹ ਕੀ ਕਿਹਾ, ਇਹ ਨਹੀਂ ਹੈ। ਸੋਲੂਸ਼ਨ ਲੱਭਣਾ ਚਾਹੀਦਾ ਹੈ ਕਿ ਹੁਣ ਅੱਗੋਂ ਅਸੀਂ ਕੀ ਕਰਨਾ ਹੈ, ਇਸ ਸਮੱਸਿਆ ਨੂੰ ਖਤਮ ਕਿਵੇਂ ਕਰੀਏ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਨਾ, ਸਾਰੇ ਲੋਕ, ਆਮ ਦੁਨੀਆ ਜਿੰਨੀ ਵੀ ਹੈ, ਇਤਿਹਾਸ ਦੇ ਵਿੱਚ ਅਸੀਂ ਪੜ੍ਹਦੇ ਹਾਂ ਵੀ ਲੜਾਈਆਂ ਕਿਵੇਂ ਹੋਈਆਂ, ਕਿਹਦੀ ਲੜਾਈ ਹੋਈ, ਕਿੰਨੇ ਕਿਹਨੂੰ ਮਾਰਿਆ, ਕਿੰਨੇ ਬੰਦੇ ਕਤਲ ਹੋਏ। ਇਹ ਪੜ੍ਹਿਆ ਜਾਂਦਾ ਹੈ, ਪੜ੍ਹਾਇਆ ਜਾਂਦਾ ਹੈ, ਪਰ ਇਹ ਨਹੀਂ ਪੜ੍ਹਾਇਆ ਜਾਂਦਾ ਕਿ ਉਹ ਲੜਾਈਆਂ ਕਿਵੇਂ ਖਤਮ ਹੋ ਸਕਦੀਆਂ ਸੀ। ਔਰ ਉਹਨਾਂ ਤੋਂ ਇਹ ਨਹੀਂ ਸਿੱਖਿਆ ਜਾਂਦਾ ਕਿ ਅੱਗੋਂ ਸਾਡੀਆਂ ਲੜਾਈਆਂ ਕਿਵੇਂ ਖਤਮ ਹੋ ਸਕਦੀਆਂ ਨੇ। ਸਪੋਜ਼ ਮੇਰਾ ਔਰ ਤੁਹਾਡਾ ਦਾਦਾ ਲੜ ਪਏ ਤੇ ਤੁਹਾਡੇ ਦਾਦੇ ਨੇ ਮੇਰੇ ਦਾਦੇ ਨੂੰ ਜਾਂ ਮੇਰੇ ਦਾਦੇ ਨੇ ਤੁਹਾਡੇ ਦਾਦੇ ਨੂੰ ਕਤਲ ਕਰ ਦਿੱਤਾ। ਹੁਣ ਉਹਦਾ ਵੈਰ ਅਸੀਂ ਅੱਗੇ ਤੱਕ ਲੈ ਕੇ ਜਾ ਰਹੇ ਹਾਂ। ਸਾਨੂੰ ਅਸੀਂ ਇਹ ਸਮਝਦੇ ਹਾਂ ਕਿ ਇਹ ਗੱਲ ਸੀ, ਇਹਨਾਂ ਦੇ ਦਾਦੇ ਨੇ ਕਿਹਾ ਸੀ, ਮੇਰੇ ਦਾਦੇ ਨੇ। ਤੇ ਜੇ ਅਸੀਂ ਇਹ ਸੋਚੀਏ ਹੁਣ ਬਹਿ ਕੇ, ਕਿਉਂਕਿ ਦਾਦੇ ਮਰ ਚੁੱਕੇ ਨੇ, ਜੇ ਅਸੀਂ ਇਹ ਸੋਚੀਏ ਕਿ ਉਹ ਲੜੇ ਕਿਉਂ ਸਨ, ਇਸ ਕਰਕੇ, ਤਾਂ ਲੜਾਈ ਕਿਵੇਂ ਖਤਮ ਹੋ ਸਕਦੀ ਸੀ, ਕੀ ਕੰਮ ਕਰਦੇ ਕਿ ਉਹ ਦੋਵੇਂ ਕਤਲ ਤੋਂ ਬਚ ਸਕਦੇ ਸੀ, ਤੇ ਅਸੀਂ ਅੱਗੋਂ ਜ਼ਿੰਦਗੀ ਕਿਵੇਂ ਜੀਵੀਏ ਕਿ ਅਸੀਂ ਲੜਾਈ ਤੋਂ ਬਚ ਸਕੀਏ ਤੇ ਪਿਆਰ ਦੇ ਨਾਲ ਰਹਿ ਸਕੀਏ। ਇਹ ਮੇਰੀ ਆਪਣੀ ਵਿਚਾਰ ਹੈ। ਸਾਨੂੰ ਇਸ ਢੰਗ ਦੇ ਨਾਲ ਸੋਚਣਾ ਚਾਹੀਦਾ ਹੈ, ਕਿਉਂਕਿ ਝਗੜੇ ਕੀਤਿਆਂ ਝਗੜੇ ਹੀ ਪੱਲੇ ਪੈਣਗੇ, ਬਹਿਸ ਕੀਤਿਆਂ ਬਹਿਸ ਪੱਲੇ ਪਵੇਗੀ।
ਸਮੱਸਿਆਵਾਂ ਕ੍ਰੀਏਟ ਕੀਤੀਆਂ, ਸਮੱਸਿਆਵਾਂ ਸਾਡੇ ਪੱਲੇ ਪੈਣਗੀਆਂ। ਇਹਨਾਂ ਦੇ ਵਿੱਚੋਂ ਅਸੀਂ ਬਚਣਾ ਕਿਵੇਂ ਹੈ? ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਿਕ, ਵਿਵਹਾਰਕ ਤੌਰ ਤੇ ਜੋ ਅਸੀਂ ਉਲਝੇ ਹੋਏ ਹਾਂ, ਇਹਨਾਂ ਉਲਝਣਾਂ ਦੇ ਵਿੱਚੋਂ ਬਚਣਾ ਕਿਵੇਂ ਹੈ? ਜੇ ਅਸੀਂ ਇਹ ਨਾ ਸੋਚਿਆ ਤਾਂ ਫਿਰ ਝਗੜੇ ਹੀ ਪੱਲੇ ਪੀੜੀ ਦਰ ਪੀੜੀ ਪੈਂਦੇ ਚਲੇ ਜਾਣਗੇ। ਜਿਵੇਂ ਮੈਂ ਆਪ ਨੂੰ ਇੱਕ ਨਿੱਕੀ ਜਿਹੀ ਹਾਸੇ ਵਾਲੀ ਗੱਲ ਸੁਣਾਈ ਸੀ। ਇੱਕ ਬੱਚਾ ਆਪਣੇ ਪਿਤਾ ਤੋਂ ਪੁੱਛ ਰਿਹਾ ਸੀ ਕਿ ਪਿਤਾ ਜੀ, ਤੁਸੀਂ ਜਿਹੜੇ ਤੁਹਾਡੇ ਪਿਤਾ ਜੀ ਨੇ ਔਰ ਉਹਨਾਂ ਦੇ ਜਿਹੜੇ ਪਿਤਾ ਤੁਹਾਡੇ ਦਾਦਾ ਜੀ ਸੀ, ਉਹਨੂੰ ਪੜਦਾਦਾ ਜੀ ਕੁੱਟਦੇ ਹੁੰਦੇ ਸੀ? ਕਹਿੰਦੇ ਹਾਂ। ਤੇ ਕਹਿੰਦੇ ਤੁਹਾਡੇ ਦਾਦਾ ਜੀ ਤੁਹਾਡੇ ਡੈਡੀ ਨੂੰ ਕੁੱਟਦੇ ਸੀ? ਕਹਿੰਦੇ ਹਾਂ। ਤੇ ਕਹਿੰਦੇ ਤੁਹਾਡੇ ਡੈਡੀ ਤੁਹਾਨੂੰ ਕੁੱਟਦੇ ਸੀ? ਕਹਿੰਦੇ ਬੇਟਾ ਬੜੇ, ਮੈਨੂੰ ਤਾਂ ਬੜੇ ਛਿੱਤਰ ਪਏ ਨੇ, ਬੜੀ ਮਾਰ ਪੈਂਦੀ ਹੁੰਦੀ ਸੀ। ਤੇ ਉਹ ਬੱਚਾ ਹੱਥ ਜੋੜ ਕੇ ਕਹਿਣ ਲੱਗਾ, ਪਿਤਾ ਜੀ ਫਿਰ ਇਹ ਖਾਨਦਾਨੀ ਬਦਮਾਸ਼ੀ ਕਦੋਂ ਬੰਦ ਹੋਏਗੀ? ਬਦਮਾਸ਼ੀ ਬੰਦ ਕਰ ਦਿਓ। ਖਾਨਦਾਨੀ ਬਦਮਾਸ਼ੀ ਕਦੋਂ ਤੱਕ ਚੱਲੇਗੀ? ਵੀ ਮੈਨੂੰ ਨਾ ਕੁੱਟੋ, ਇਸ ਚੀਜ਼ ਨੂੰ ਬੰਦ ਕਰ ਦਿਓ। ਕਹਿਣ ਤੋਂ ਭਾਵ ਕਿ ਜਿਹੜਾ ਕੋਈ ਵਿਕਾਰ ਹੈ, ਪਾਪ ਹੈ, ਅਪਰਾਧ ਹੈ, ਉਹਨੂੰ ਅਸੀਂ ਕਿਵੇਂ ਖਤਮ ਕਰਨਾ ਹੈ, ਇਧਰ ਧਿਆਨ ਦੇਣ ਦੀ ਲੋੜ ਹੈ। ਅਗਲਾ ਬਚਨ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਨੰਨਾ ਨਿਕਟ ਜੋ ਘਟ ਰਹਿਓ, ਦੂਰ ਕਹਾਂ ਤਜ ਜਾਏ। ਇਹਨੂੰ ਬੋਲਣਾ ਹੈ ਨੰਨਾ। ਜਿੱਥੋਂ ਸਾਡੇ ਦੰਦ ਉਗਦੇ ਨੇ ਨਾ, ਉਤਲੇ ਪਾਸੇ ਦੰਦਾਂ ਦੀ ਜਿੱਥੇ ਜੜ ਹੈ ਉਤਲੇ ਪਾਸੇ, ਉੱਥੇ ਜੀਭ ਲਗਾ ਕੇ ਬੋਲੋਗੇ ਤਾਂ ਇਹ ਬੜੇ ਪਿਆਰ ਨਾਲ ਬੋਲਿਆ ਜਾਏਗਾ, ਨੰਨਾ। ਯਹੀਆਂ ਨਹੀਂ ਬੋਲਣਾ, ਨੰਨਾ। ਨੰਨੇ ਅੱਖਰ ਰਾਹੀਂ ਉਪਦੇਸ਼ ਕਰ ਰਹੇ ਨੇ। ਨਿਕਟ ਦਾ ਮਤਲਬ ਨੇੜੇ, ਜੋ ਦਾ ਮਤਲਬ ਜਿਹੜਾ ਪ੍ਰਭੂ, ਘਟ ਦਾ ਮਤਲਬ ਹਿਰਦਾ, ਰਹਿਓ ਦਾ ਮਤਲਬ ਰਹਿੰਦਾ ਹੈ, ਦੂਰ ਦਾ ਮਤਲਬ ਦੂਰ, ਤਜ ਦਾ ਮਤਲਬ ਛੱਡ ਕੇ, ਜਾਏ ਦਾ ਮਤਲਬ ਜਾਂਦਾ ਹੈ। ਨੰਨਾ ਨਿਕਟ ਜੋ ਘਟ ਰਹਿਓ, ਕਿ ਜੋ ਪ੍ਰਭ ਨੇੜੇ ਵਸ ਰਿਹਾ ਹੈ, ਤੇਰੇ ਹਿਰਦੇ ਵਿੱਚ ਵਸ ਰਿਹਾ ਹੈ, ਤੇਰੇ ਅੰਦਰ ਵਸ ਰਿਹਾ ਹੈ। ਦੂਰ ਕਹਾਂ ਤਜ ਜਾਏ, ਉਹਨੂੰ ਛੱਡ ਕੇ ਦੂਰ ਕਿਉਂ ਜਾਂਦਾ ਹੈ? ਜਿਹੜਾ ਰੱਬ ਤੇਰੇ ਹਿਰਦੇ ਵਿੱਚ ਵਸ ਰਿਹਾ ਹੈ, ਤੇਰੇ ਅੰਦਰ ਹੈ, ਜਿਹੜਾ ਬਿਲਕੁਲ ਨਜ਼ਦੀਕ ਹੈ, ਉਹਨੂੰ ਛੱਡ ਕੇ ਦੂਰ ਕਿਉਂ ਜਾ ਰਹੇ ਹੈ? ਦੇਖੋ ਕਿੰਨੀ ਵੱਡੀ ਸਮੱਸਿਆ ਹੈ ਨਾ ਬੰਦੇ ਦੀ। ਰੱਬ ਕਣ-ਕਣ ਵਿੱਚ ਵਸ ਰਿਹਾ ਹੈ, ਨਾਲੇ ਕਹਿੰਦਾ ਹੈ ਰੱਬ ਹਿਰਦੇ ਵਿੱਚ ਹੈ, ਨਾਲੇ ਕਹਿੰਦਾ ਰੱਬ ਜਲ ਥਲ ਮਹੀਲ ਪੂਰਿਆ ਹੈ, ਤੇ ਨਾਲੇ ਗ੍ਰਸਤ ਛੱਡ ਕੇ ਤੇ ਜੰਗਲ ਵਿੱਚ ਜੋਗੀ ਬਾਬਾ ਬਣ ਕੇ ਫਿਰ ਰਿਹਾ ਹੈ। ਪੁੱਛੀ ਵੀ ਕਿਉਂ ਫਿਰ ਰਿਹਾ? ਕਹਿੰਦਾ ਰੱਬ ਨੂੰ ਲੱਭਣਾ ਹੈ। ਨਾਲੇ ਕਹਿੰਦਾ ਰੱਬ ਕਣ-ਕਣ ਵਿੱਚ ਵਿਆਪਕ ਹੈ, ਨਾਲੇ ਰੱਬ ਨੂੰ ਲੱਭਣ ਵਾਸਤੇ ਜੰਗਲਾਂ ਵਿੱਚ ਜਾ ਰਿਹਾ ਹੈ। ਹੁਣ ਗੁਰੂ ਜੀ ਕਹਿੰਦੇ ਨੇ, ਊਹਾਂ ਤੋ ਜਾਈਏ ਜੋ ਈਹਾਂ ਨਾ ਹੋਏ। ਮੈਂ ਉੱਥੇ ਤੇ ਰੱਬ ਨੂੰ ਲੱਭਣ ਲਈ ਤਾਂ ਜਾਵਾਂ ਜੇ ਇੱਥੇ ਮੇਰੇ ਕੋਲ ਨਾ ਹੋਵੇ। ਉਹ ਤਾਂ ਹਿਰਦੇ ਵਿੱਚ ਹੈ, ਤੇਰੇ ਅੰਦਰ ਹੈ, ਤੇਰੇ ਨਾਲ ਹੈ। ਉਹਨੂੰ ਛੱਡ ਕੇ ਦੂਰ ਕਿਉਂ ਜਾਂਦਾ ਹੈ? ਹੁਣ ਦੂਰ ਕੌਣ ਜਾ ਰਿਹਾ ਹੈ? ਸਾਡੀ ਸੁਰਤ, ਸਾਡੀ ਸੋਚ ਸੱਚ ਦੇ ਨਾਲੋਂ ਦੂਰ ਜਾ ਰਹੀ ਹੈ ਨਾ। ਰੱਬ ਸਾਡੇ ਅੰਦਰ ਕਿਵੇਂ ਹੈ? ਗੁਣਾਂ ਦੇ ਰੂਪ ਵਿੱਚ। ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ ਆਦਿ ਕੇ ਸਾਰੇ ਗੁਣ ਸਾਡੇ ਅੰਦਰ ਮੌਜੂਦ ਨੇ, ਤੇ ਅਸੀਂ ਉਹਨਾਂ ਗੁਣਾਂ ਨੂੰ ਛੱਡ ਕੇ ਦੂਰ ਜਾ ਰਹੇ ਹਾਂ। ਸੱਚ ਨੂੰ ਛੱਡ ਕੇ ਅਸੀਂ ਝੂਠ ਵੱਲ ਜਾ ਰਹੇ ਹਾਂ। ਪ੍ਰੇਮ ਸਾਡੇ ਅੰਦਰ ਹੈ, ਪਰ ਅਸੀਂ ਪ੍ਰੇਮ ਇੱਕ ਦੂਜੇ ਨਾਲ ਨਹੀਂ ਕਰ ਰਹੇ, ਅਸੀਂ ਜੈਲਸੀ ਵੱਲ ਜਾ ਰਹੇ ਹਾਂ। ਸਾਡੇ ਅੰਦਰ ਸੰਤੋਖ ਹੈ, ਪਰ ਸੰਤੋਖ ਨੂੰ ਛੱਡ ਕੇ ਅਸੀਂ ਲਾਲਚ ਵੱਲ ਵੱਧ ਰਹੇ ਹਾਂ। ਰੱਬ ਸਾਡੇ ਅੰਦਰ ਹੈ, ਇੱਕ ਦੂਜੇ ਵਿੱਚ ਅਸੀਂ ਰੱਬ ਦੀ ਜੋਤ ਨੂੰ ਵੇਖ ਸਕਦੇ ਹਾਂ, ਪਰ ਉਸ ਜੋਤ ਨੂੰ ਛੱਡ ਕੇ ਅਸੀਂ ਜਾਤਾਂ ਨੂੰ ਵੇਖਦੇ ਫਿਰਦੇ ਹਾਂ। ਇਹਨੂੰ ਕਹਿੰਦੇ ਨੇ ਨੇੜੇ ਨੂੰ ਛੱਡ ਕੇ ਦੂਰ ਜਾਣਾ। ਸੁਖ ਅੰਦਰ ਹੈ, ਖੁਸ਼ੀ ਅੰਦਰ ਹੈ, ਤੇ ਬੰਦਾ ਖੁਸ਼ੀ ਨੂੰ ਛੱਡ ਕੇ ਦੁੱਖ ਵੱਲ ਜਾ ਰਿਹਾ ਹੈ। ਬੰਦਾ ਮੁਸਕਰਾ ਸਕਦਾ ਹੈ, ਪਰ ਤਿਊੜੀਆਂ ਵੱਟ ਕੇ ਬੈਠਾ ਹੈ। ਬੰਦਾ ਰਿਲੈਕਸ ਹੋ ਸਕਦਾ ਹੈ, ਪਰ ਇਹ ਆਕੜਿਆ ਬੈਠਾ ਹੈ। ਬੰਦਾ ਨਿਮਰਤਾ ਨਾਲ ਰਹਿ ਸਕਦਾ ਹੈ, ਪਰ ਇਹ ਹੰਕਾਰ ਵਿੱਚ ਆਫਰਿਆ ਫਿਰਦਾ ਹੈ ਨਾ ਪ੍ਰੋਬਲਮ। ਤਾਂ ਨੰਨਾ ਨਿਕਟ ਜੋ ਘਟ ਰਹਿਓ, ਦੂਰ ਕਹਾਂ ਤਜ ਜਾਏ। ਕਿ हे ਭਾਈ, ਜਿਹੜਾ ਪ੍ਰਭੂ ਤੇਰੇ ਨੇੜੇ ਵਸ ਰਿਹਾ ਹੈ, ਤੇਰੇ ਹਿਰਦੇ ਵਿੱਚ ਹੈ, ਉਹਨੂੰ ਛੱਡ ਕੇ ਤੂੰ ਦੂਰ ਕਿੱਥੇ ਜਾਂਦਾ ਹੈ? ਦੂਰ ਕਿਉਂ ਜਾਂਦਾ ਹੈ? ਉਹਨਾਂ ਗੁਣਾਂ ਦੇ ਨਾਲ ਕਿਉਂ ਨਹੀਂ ਜੁੜਦਾ? ਤੇ ਅਗਲਾ ਬਚਨ ਕਰਦੇ ਨੇ, ਜਾ ਕਾਰਨ ਜਗ ਢੂੰਡਿਓ, ਨੇਰੋ ਪਾਇਓ ਤਾਹੇ।
ਜਾ ਕਾਰਨ ਦਾ ਮਤਲਬ ਜਿਸ ਨੂੰ ਮਿਲਣ ਦੀ ਖਾਤਰ, ਜਿਹਦੇ ਵਾਸਤੇ। ਜਗ ਢੂੰਡਿਓ ਦਾ ਮਤਲਬ ਮੈਂ ਸਾਰੇ ਜਗਤ ਨੂੰ ਛਾਣ ਮਾਰਿਆ, ਪਹਾੜਾਂ ਤੇ, ਗੁਫਾਵਾਂ ਵਿੱਚ, ਸਮੁੰਦਰਾਂ ਵਿੱਚ ਸਮਾਧੀਆਂ ਲਾਈਆਂ, ਤਿਆਗ ਕੀਤੇ ਔਰ ਦੁਨੀਆ ਛਾਣ ਮਾਰੀ, ਦੁਨੀਆ ਭਰ ਦੇ ਕਰਮ ਕਾਂਡ ਕਰ ਮਾਰੇ। ਨੇੜੋ ਦਾ ਮਤਲਬ ਨੇੜੇ, ਪਾਇਓ ਦਾ ਮਤਲਬ ਪਾ ਲਿਆ। ਜਿਸ ਪ੍ਰਭੂ ਨੂੰ ਮਿਲਣ ਦੀ ਖਾਤਰ ਅਸੀਂ ਸਾਰਾ ਜਗਤ ਢੂੰਡਿਆ, ਉਹਨੂੰ ਨੇੜੇ ਹੀ ਲੱਭ ਲਿਆ, ਅੰਦਰ ਹੀ ਲੱਭ ਲਿਆ, ਅੰਦਰ ਸੀ। ਮੈਂ ਉਸੇ ਦਾ ਰੂਪ ਸੀ। ਗੁਰੂ ਜੀ ਕਹਿੰਦੇ ਨੇ, ਹਉ ਢੂੰਡੇਂਦੀ ਸੱਜਣਾ, ਸੱਜਣ ਮੈਂਡੇ ਨਾਲ, ਜਨ ਨਾਨਕ ਅਲਖ ਨਾ ਲਖੀਏ, ਗੁਰਮੁਖ ਦੀ ਦਿਖਾਲ। ਮੈਂ ਸੱਜਣ ਪ੍ਰਭੂ ਨੂੰ ਲੱਭਦੀ ਫਿਰਦੀ ਸਾਂ। ਤੇ ਹੈਰਾਨਗੀ ਇਸ ਗੱਲ ਦੀ ਕਿ ਜਿਹਨੂੰ ਮੈਂ ਬਾਹਰ ਦੂਰ ਦੂਰ ਤੱਕ ਲੱਭਦੀ ਸੀ, ਉਹ ਮੇਰੇ ਨਾਲ ਸੀ, ਦਿਸਦਾ ਨਹੀਂ ਸੀ। ਜਦੋਂ ਮੈਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਈ, ਯਾਨੀ ਗੁਰੂ ਦੇ ਗਿਆਨ ਮੁਤਾਬਕ ਦੇਖਿਆ, ਮੈਨੂੰ ਕਾਮਨ ਸੈਂਸ ਗੁਰੂ ਨੇ ਦਿੱਤੀ, ਤਾਂ ਮੈਨੂੰ ਪਤਾ ਲੱਗ ਗਿਆ ਕਿ ਉਹ ਤੇ ਮੈਂ ਉਹਦਾ ਹੀ ਰੂਪ ਆ, ਮੇਰੇ ਨਾਲ ਹੀ ਉਹ। ਗੁਰਮੁਖ ਦੇ ਦਿਖਾਲ। ਭਗਤ ਕਬੀਰ ਜੀ ਵੀ ਇਹੀ ਗੱਲ ਕਹਿੰਦੇ ਨੇ ਸਲੋਕਾਂ ਦੇ ਵਿੱਚ, ਕਬੀਰ ਜਾਂ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਪਿਆ, ਜਾ ਕੋ ਕਹਿਤਾ ਔਰ। ਵੀ ਜਿਹਨੂੰ ਮੈਂ ਲੱਭਦਾ ਫਿਰਦਾ ਸਾਂ, ਉਹ ਜਗ੍ਹਾ ਮੈਨੂੰ ਲੱਭ ਗਈ ਅੰਦਰ। ਤੇ ਜਿਹਨੂੰ ਮੈਂ ਹੋਰ ਸਮਝਦਾ ਸਾਂ ਨਾ, ਜਿਹਨੂੰ ਮੈਂ ਲੱਭਦਾ ਫਿਰਦਾ ਸਾਂ, ਜਦੋਂ ਮੈਂ ਵੇਖਿਆ ਮੈਂ ਤੇ ਉਸੇ ਦਾ ਰੂਪ ਆ, ਮੈਂ ਤਾਂ ਉਸੇ ਦਾ ਰੂਪ ਆ। ਬੂੰਦ ਸਮੁੰਦਰ ਨੂੰ ਲੱਭਦੀ ਫਿਰਦੀ ਸੀ, ਤੇ ਬੂੰਦ ਨੂੰ ਪਤਾ ਲੱਗਾ ਮੈਂ ਤੇ ਸਮੁੰਦਰ ਦਾ ਹੀ ਰੂਪ ਆ। ਇੱਕ ਕੜਾ ਜਿਹੜਾ ਸੋਨੇ ਦਾ ਬਣਿਆ ਹੈ, ਤੇ ਉਹ ਸੋਨੇ ਨੂੰ ਲੱਭਣ ਵਾਸਤੇ ਤੁਰ ਪਏ। ਸੁਨਿਆਰੇ ਦੀ ਦੁਕਾਨ ਚੋਂ ਬਾਹਰ ਰਿੜ ਜਾਏ, ਤੇ ਰਿੜੀ ਜਾਏ ਤੇ ਰਿੜਦਾ ਫਿਰੇ ਚਾਰ ਚਫੇਰੇ, ਤੇ ਲੋਕ ਉਹਨੂੰ ਪੁੱਛਣ ਵੀ ਕੜਿਆ ਕਿੱਧਰ ਰਿੜਦਾ ਫਿਰਦਾ, ਤੇ ਉਹ ਕਹੇ ਮੈਂ ਸੋਨਾ ਲੱਭਣ ਚੱਲਿਆ ਵਾ, ਸੋਨਾ ਲੱਭਣਾ ਹੈ। ਭਲੇ ਪੁਰਸ਼ਾ, ਤੂੰ ਸੋਨਾ ਹੀ ਤੇ ਹੈ, ਉਹਨੂੰ ਕਿੱਥੇ ਸੋਨਾ ਲੱਭੇਗਾ। ਤੇ ਜਦੋਂ ਗਿਆਨ ਹੋਏਗਾ ਕਿ ਮੈਂ ਹੀ ਸੋਨਾ, ਭੁਲੇਖਾ ਨਿਕਲ ਜਾਣਾ ਤੇ ਮੈਂ ਤੇ ਸੋਨਾ ਹੀ ਸੀ। ਹੁਣ ਬੰਦਾ ਰੱਬ ਨੂੰ ਲੱਭਦਾ ਫਿਰ ਰਿਹਾ ਹੈ, ਭੁਲੇਖਾ ਹੀ ਹੈ ਨਾ ਕਿ ਕੋਈ ਉੱਤੋਂ ਰੱਬ ਪ੍ਰਗਟ ਹੋਏ। ਤੇ ਜਦੋਂ ਇਹਨੂੰ ਸਮਝ ਆਏਗੀ ਨਾ, ਪਤਾ ਲੱਗ ਜਾਏਗਾ ਕਿ ਯਾਰ ਮੈਂ ਰੱਬ ਹੀ ਤੇ ਹੈ। ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣਨ ਦੀ ਲੋੜ ਹੈ ਕਿ ਸਚਾਈ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਰਤਾ ਆਦਿਕ ਇਹਨਾਂ ਗੁਣਾਂ ਦਾ ਰੂਪ ਹੋ ਜਾਓ ਤੇ ਰੱਬ ਹੀ ਤੇ ਹੈ। ਉਹ ਰੱਬ ਵਿੱਚ ਇਹ ਗੁਣ ਹੀ ਤੇ ਹੈ, ਰੱਬ ਇਹਨਾਂ ਗੁਣਾਂ ਦਾ ਮੁਜੱਸਮਾ ਹੀ ਤੇ ਹੈ। ਆ ਸਾਰਾ ਦਿਸਦਾ ਜਗਤ ਰੱਬ ਦਾ ਹੀ ਤੇ ਰੂਪ ਹੈ। ਇੱਕ ਦੂਜੇ ਨਾਲ ਪਿਆਰ ਵਿਹਾਰ ਰੱਬ ਵਰਗਾ ਹੀ ਤੇ ਕਰਨਾ ਹੈ। ਸਮਝ ਆ ਜਾਏ, ਨੇੜੇ ਹੈ। ਅਗਲਾ ਵਚਨ ਕਰਦੇ ਨੇ, ਟੱਟਾ ਬਿਕਟ ਘਾਟ ਕਟ ਮਾਹੀ। ਟੱਟਾ ਦਾ ਮਤਲਬ ਟੈਂਕਾ ਅੱਖਰ, ਬਿਕਟ ਦਾ ਮਤਲਬ ਬਿਖੜਾ, ਔਖਾ, ਘਾਟ ਦਾ ਮਤਲਬ ਪੱਤਣ, ਤੇ ਘਟ ਮਾਹੀ ਦਾ ਮਤਲਬ ਹਿਰਦੇ ਦੇ ਅੰਦਰ, ਹਿਰਦੇ ਦੇ ਅੰਦਰ। ਟੱਟਾ ਬਿਕਟ ਘਾਟ ਘਟ ਮਾਹੀ, ਟੈਂਕੇ ਅੱਖਰ ਰਾਹੀਂ ਉਪਦੇਸ਼ ਕਰ ਰਹੇ ਨੇ ਕਿ ਜਿਹੜਾ ਪ੍ਰਭੂ ਹੈ, ਪ੍ਰਭੂ ਦੇ ਮਿਲਾਪ ਦਾ ਜੋ ਰਾਸਤਾ ਹੈ ਬੜਾ ਔਖਾ ਹੈ। ਬਿਕਟ ਘਾਟ, ਬਿਕਟ ਘਾਟ ਦਾ ਮਤਲਬ ਔਖਾ ਰਸਤਾ, ਘਾਟ ਦਾ ਮਤਲਬ ਰਾਸਤਾ, ਬਿਕਟ ਦਾ ਮਤਲਬ ਔਖਾ, ਘਟ ਮਾਹੀ ਦਾ ਮਤਲਬ ਹਿਰਦੇ ਵਿੱਚ। ਟੈਂਕੇ ਅੱਖਰ ਰਾਹੀਂ ਉਪਦੇਸ਼ ਕਰ ਰਹੇ ਨੇ ਕਿ ਜੋ ਪ੍ਰਭੂ ਨੂੰ ਮਿਲਣ ਦਾ ਰਾਸਤਾ ਬੜਾ ਔਖਾ ਹੈ। ਲੋਕ ਕਹਿੰਦੇ ਨੇ ਬੜਾ ਔਖਾ ਹੈ, ਰੱਬ ਨੂੰ ਮਿਲਣਾ ਬੜਾ ਔਖਾ ਹੈ, ਕਈ ਜਨਮ ਲੱਗ ਜਾਣਗੇ, ਫਿਰ ਵੀ ਮਿਲੇ ਮਿਲੇ ਨਾ ਮਿਲੇ, ਨਾ ਮਿਲੇ ਗਾਰੰਟੀ ਕੋਈ ਨਹੀਂ। ਲੋਕ ਕਹਿੰਦੇ ਨੇ ਨਾ ਰੱਬ ਨੂੰ ਮਿਲਣਾ ਬਹੁਤ ਔਖਾ ਹੈ, ਬੜਾ ਔਖਾ ਰਾਸਤਾ ਹੈ। ਪਰ ਗੁਰੂ ਜੀ ਕਹਿੰਦੇ ਨੇ ਹੁਣ ਉਹ ਔਖਾ ਰਾਸਤਾ ਹੈ ਕਿੱਥੇ? ਘਟ ਮਾਹੀ ਹਿਰਦੇ ਦੇ ਵਿੱਚ ਹੀ ਹੈ। ਉਹ ਰਾਸਤਾ ਦੂਰ ਨਹੀਂ ਹੈ, ਉਹ ਬੜਾ ਸੌਖਾ ਹੈ, ਤੁਹਾਡੇ ਅੰਦਰ ਹੀ ਹੈ। ਔਖਾ ਤੇ ਤਾਂ ਹੈ ਨਾ ਜੇ ਕੋਈ 2 4 10 ਹਜ਼ਾਰ 20 ਹਜ਼ਾਰ ਮੀਲ ਤੁਰ ਕੇ ਜਾਣਾ ਹੋਵੇ। ਔਖਾ ਤੇ ਤਾਂ ਹੈ ਨਾ ਇਸ ਧਰਤੀ ਤੋਂ ਉੱਤੇ ਕਿਤੇ ਜਾ ਕੇ ਲੱਭਣਾ ਹੋਵੇ ਤੇ ਉਹ ਲੱਭਦਾ ਨਾ ਹੋਵੇ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਨੂੰ ਤੁਸੀਂ ਬੜਾ ਔਖਾ ਰਾਸਤਾ ਕਹਿੰਦੇ ਹੋ ਅਪਣਾਉਣ ਵਾਲਾ, ਉਹ ਔਖਾ ਪੱਤਣ ਕਿਤੇ ਬਾਹਰ ਨਹੀਂ, ਅੰਦਰ ਹੈ। ਘਟਮਾ ਹੀ ਹਿਰਦੇ ਦੇ ਅੰਦਰ ਹੈ ਵਿਖੜਾ ਰਾਸਤਾ, ਜਿਹਨੂੰ ਔਖਾ ਰਾਸਤਾ ਸਮਝਦਾ ਹੈ। ਬੰਦਾ ਸਮਝ ਰਿਹਾ ਨਾ ਔਖਾ ਰਾਸਤਾ, ਇਹ ਬੰਦੇ ਦੀ ਸਮਝ ਹੈ। ਗੁਰੂ ਜੀ ਕਹਿੰਦੇ ਨੇ ਉਹ ਸੌਖਾ ਹੈ, ਹਿਰਦੇ ਦੇ ਵਿੱਚ ਹੈ। ਟੱਟਾ ਬਿਕਟ ਘਾਟ ਘਟ ਮਾਹੀ, ਜਿਹੜਾ ਪ੍ਰਭੂ ਦੇ ਨਾਲ ਮਿਲਾਨ ਵਾਲਾ ਔਖਾ ਪੱਤਣ ਰਾਸਤਾ ਹੈ, ਉਹ ਤੇਰੇ ਹਿਰਦੇ ਦੇ ਅੰਦਰ ਹੈ।
खोल कपाट महल के ना जाही। इत्थे महल दे लल्ले नाल सिहारी जिहदा मतलब महल विच, खोल दा मतलब खोल के, कपाट दा मतलब किवाड़। ਤਾਂ ਗੁਰੂ ਜੀ ਕਹਿੰਦੇ ਨੇ ਜਿਹਨੂੰ ਤੂੰ ਔਖਾ ਰਾਸਤਾ ਸਮਝੀ ਬੈਠਾ ਹੈ, ਉਹ ਰਾਸਤਾ ਤੇਰੇ ਅੰਦਰ ਹੈ। ਖੋਲ ਕਪਾਟ, ਉਹਦਾ ਦਰਵਾਜ਼ਾ ਖੋਲ ਕੇ ਮਹਿਲ ਕੇ ਨਾ ਜਾਹੀਂ। ਰੱਬ ਦੇ ਘਰ ਦੇ ਵਿੱਚ ਕਿਉਂ ਨਹੀਂ ਜਾਂਦਾ? ਰੱਬ ਦੇ ਘਰ ਵਿੱਚ ਕਿਉਂ ਨਹੀਂ ਜਾਂਦਾ? ਦਰਵਾਜ਼ਾ ਬਿਲਕੁਲ ਤੇਰੇ ਅੰਦਰ ਹੈ, ਦਰਵਾਜ਼ਾ ਖੋਲ ਕੇ ਅੰਦਰ ਚਲਾ ਜਾ। ਹੁਣ ਇਹ ਤੇ ਤੇਰੀ ਪ੍ਰੋਬਲਮ ਹੈ ਕਿ ਦਰਵਾਜ਼ਾ ਕਦੋਂ ਖੋਲੇਗਾ। ਇੱਕ ਮਹਿਲ ਹੈ ਬਹੁਤ ਵੱਡਾ, ਔਰ ਉਹਦਾ ਦਰਵਾਜ਼ੇ ਨੂੰ ਧੱਕਾ ਥੋੜਾ ਜਿਹਾ ਲਗਾਣਾ ਹੈ, ਦਰਵਾਜ਼ਾ ਖੋਲਣਾ ਹੈ ਤੇ ਮਹਿਲ ਦੇ ਅੰਦਰ ਪ੍ਰਵੇਸ਼ ਹੋ ਜਾਣਾ ਹੈ। ਮਹਿਲ ਦੇ ਅੰਦਰ ਪ੍ਰਭੂ ਆਪ ਮਹਿਲ ਦਾ ਰਾਜਾ ਬੈਠਾ ਹੈ। ਤੇ ਜਿਹੜਾ ਬੰਦਾ ਹੁਣ ਉਸ ਦਰਵਾਜ਼ੇ ਨੂੰ ਨਾ ਖੋਲੇ, ਮਹਿਲ ਦੇ ਦਰਵਾਜ਼ੇ ਨੂੰ ਤੇ ਨਾ ਖੋਲੇ, ਲੇਕਿਨ ਉਸ ਮਹਿਲ ਤੋਂ ਬਾਹਰ ਦੂਜੇ ਸ਼ਹਿਰ, ਤੀਜੇ ਸ਼ਹਿਰ, ਚੌਥੇ ਜ਼ਿਲ੍ਹੇ, ਪੰਜਵੇਂ ਜ਼ਿਲ੍ਹੇ, ਦੂਜੇ ਸਟੇਟ, ਦੂਜੇ ਦੇਸ਼, ਜੰਗਲਾਂ ਦੇ ਵਿੱਚ ਲੱਭਦਾ ਫਿਰੇ, ਤਾਂ ਕੀ ਉਹ ਮਹਿਲ ਦੇ ਰਾਜੇ ਨੂੰ ਮਿਲ ਲੇਗਾ? ਦਰਵਾਜ਼ਾ ਖੋਲ ਕੇ ਅੰਦਰ ਵੜਨਾ ਸਿਰਫ, ਐਨੀ ਕੁ ਗੱਲ। ਤੇ ਕਬੀਰ ਜੀ ਫਿਰ ਸਵਾਲ ਕਰ ਰਹੇ ਨੇ ਕਿ ਜਿਹੜਾ ਤੇਰੇ ਅੰਦਰ ਹੈ, ਉਹਦਾ ਦਰਵਾਜ਼ਾ ਖੋਲ ਕੇ ਅੰਦਰ ਕਿਉਂ ਨਹੀਂ ਵੜਦਾ? ਹੁਣ ਦਰਵਾਜ਼ਾ ਅਸੀਂ ਹਟਾਣੇ ਹੁੰਦੇ ਨੇ ਨਾ, ਤਾਕ, ਤਾਂ ਝੂਠ ਨੂੰ ਪਾਸੇ ਕਰਦੇ ਅੰਦਰ ਸੱਚ ਦਿਸ ਜਾਏਗਾ। ਆਪਣੀਆਂ ਈਰਖਾ ਦਵੇਸ਼ ਨੂੰ ਪਾਸੇ ਕਰਦੇ, ਇਹਨਾਂ ਦਰਵਾਜ਼ਿਆਂ ਨੂੰ ਪਾਸੇ ਕਰਦੇ, ਅੰਦਰ ਤੇਰੇ ਅੰਦਰ ਪਿਆਰ ਮੁਹੱਬਤ ਭਰਿਆ ਪਿਆ ਹੈ। ਅੰਦਰ ਗੈਰ ਇਨਸਾਨੀਅਤ ਨੂੰ ਪਾਸੇ ਕਰ, ਤੇਰੇ ਅੰਦਰ ਇਨਸਾਨੀਅਤ ਭਰੀ ਪਈ ਹੈ। ਆਪਣੀ ਈਗੋ ਨੂੰ ਪਰੇ ਦਫਾ ਕਰ, ਤੇਰੇ ਅੰਦਰ ਨਿਮਰਤਾ ਭਰੀ ਪਈ ਹੈ। ਕਿਉਂ ਨਹੀਂ ਜਾਂਦਾ ਅੰਦਰ? ਅੰਦਰ ਜਾ, ਆਪਣੇ ਅੰਦਰ ਵੇਖ, ਤੇਰੇ ਅੰਦਰ ਅਨੰਤ ਅਨੰਤ ਗੁਣਾਂ ਦੇ ਭੰਡਾਰ ਨੇ, ਸੁੱਖਾਂ ਦੇ ਭੰਡਾਰ ਨੇ, ਖੁਸ਼ੀਆਂ ਦੇ ਭੰਡਾਰ ਨੇ। ਦੇਖ ਅਟਲ ਟਲ ਕਤਹਿ ਨਾ ਜਾਵਾ, ਜਾਵਾ। ਤਾਂ ਜਿਸ ਮਨੁੱਖ ਨੇ ਹਿਰਦੇ ਵਿੱਚ, ਅਟਲ ਦਾ ਮਤਲਬ ਜਿਹੜਾ ਟਲਦਾ ਨਹੀਂ, ਜਿਹੜਾ ਭਟਕਣਾ ਵਿੱਚ ਨਹੀਂ ਪੈਂਦਾ, ਜਿਹੜਾ ਸਦਾ ਥਿਰ ਹੈ। ਦੇਖ ਦਾ ਮਤਲਬ ਵੇਖ ਕੇ, ਅਟਲ ਦਾ ਮਤਲਬ ਜਿਹੜਾ ਸਦਾ ਥਿਰ ਹੈ, ਟਲ ਦਾ ਮਤਲਬ ਟਲ ਕੇ, ਡੋਲ ਕੇ, ਭਟਕਣਾ ਵਿੱਚ ਪੈ ਕੇ, ਕਤਹਿ ਨਾ ਜਾਵਾ ਦਾ ਮਤਲਬ ਕਿਤੇ ਨਹੀਂ ਜਾਂਦਾ। ਤਾਂ ਜਿਸ ਨੇ ਉਸ ਅਟਲ ਨੂੰ ਅੰਦਰ ਵੇਖ ਲਿਆ, ਦੇਖ ਅਟਲ, ਜੋ ਸਦਾ ਥਿਰ ਪ੍ਰਭੂ ਹੈ, ਜਿਸ ਨੇ ਉਹਨੂੰ ਅੰਦਰ ਆਪਣੇ ਵੇਖ ਲਿਆ, ਇਸ ਚੀਜ਼ ਨੂੰ ਸਮਝ ਲਿਆ ਕਿ ਮੇਰੇ ਅੰਦਰ ਇਹ ਸਤ ਸੰਤੋਖ ਆਦਿਕ ਸਾਰੇ ਦੇ ਸਾਰੇ ਗੁਣ ਮੌਜੂਦ ਨੇ, ਔਰ ਜਿਸ ਨੇ ਉਹਨਾਂ ਨੂੰ ਦੇਖ ਦਾ ਮਤਲਬ ਤਜਰਬੇ ਵਿੱਚ ਲੈਣ ਦਾ, ਇੰਪਲੀਮੈਂਟ ਕਰ ਲਿਆ, ਇਸ ਚੀਜ਼ ਨੂੰ ਅਮਲ ਵਿੱਚ ਲੈਣ ਦਾ। ਟਲ ਕਤਹਿ ਨਾ ਜਾਵਾ, ਟਲ ਦਾ ਮਤਲਬ ਭਟਕਣਾ ਵਿੱਚ ਪੈ ਕੇ ਫਿਰ ਉਹ ਹੋਰ ਕਿਤੇ ਨਹੀਂ ਜਾਂਦਾ, ਫਿਰ ਬਾਹਰ ਨਹੀਂ ਭਟਕਦਾ, ਫਿਰ ਸੱਚ ਦੇ ਨਾਲ ਜੁੜ ਜਾਂਦਾ ਹੈ, ਦਇਆ ਨਾਲ ਜੁੜ ਜਾਂਦਾ ਹੈ, ਪਿਆਰ ਨਾਲ ਜੁੜ ਜਾਂਦਾ ਹੈ, ਇਨਸਾਨੀਅਤ ਨਾਲ ਜੁੜ ਜਾਂਦਾ ਹੈ। ਫਿਰ ਉਹ ਇੱਥੋਂ ਨਹੀਂ ਭਟਕਦਾ, ਫਿਰ ਉਹ ਮਨ ਕਦੇ ਦੂਰ ਨਹੀਂ ਜਾਂਦਾ। ਫਿਰ ਜਿੰਨਾ ਮਰਜ਼ੀ ਉਹਨੂੰ ਕੋਈ ਯਤਨ ਵੀ ਕਰ ਲੈਣਾ ਕਿ ਇਸ ਬੰਦੇ ਨੂੰ ਦੂਰ ਲੈ ਜਾਈਏ, ਨਹੀਂ ਲਿਜਾ ਸਕਦੇ। ਬੇਸ਼ੱਕ ਉਹਨੂੰ ਲਾਲਚ ਦੇ ਦਿਓ ਕਿ ਤੈਨੂੰ ਰਾਜਾ ਬਣਾ ਦਿੰਨੇ ਆ, ਬਾਦਸ਼ਾਹ ਬਣਾ ਦਿੰਨੇ ਆ, ਤੂੰ ਹਿਊਮਨ ਰਾਈਟਸ ਤੋਂ ਕੀ ਲੈਣਾ ਹੈ, ਤੂੰ ਗੁਰੂ ਤੋਂ ਕੀ ਲੈਣਾ ਹੈ, ਛੱਡ ਪਰੇ ਗੁਰੂ ਨੂੰ, ਛੱਡ ਸਿੱਖੀ ਨੂੰ, ਛੱਡ ਸੱਚ ਨੂੰ, ਛੱਡ ਰੱਬ ਦੇ ਮਾਰਗ ਨੂੰ, ਆ ਤੈਨੂੰ ਰਾਜਾ ਬਾਦਸ਼ਾਹ ਬਣਾਉਂਦੇ ਆ। ਉਹ ਕਹਿੰਦਾ ਬਿਲਕੁਲ ਵੀ ਨਹੀਂ, ਮੈਂ ਤੇਰੀਆਂ ਨਾ ਰਾਜਾਂ ਨੂੰ, ਬਾਦਸ਼ਾਹਾਂ ਨੂੰ ਜੁੱਤੀ ਦੀ ਨੋਕ ਤੇ ਠੁਕਰਾਂਦਾ ਹਾਂ। ਤੇ ਉਹ ਕਹਿੰਦਾ ਜੇ ਨਹੀਂ ਤੇ ਫਿਰ ਅਸੀਂ ਆਰੇ ਨਾਲ ਚੀਰਾਂਗੇ। ਉਹ ਕਹਿੰਦਾ ਜੰਮ ਜੰਮ ਕੇ ਚੀਰ, ਸਰੀਰ ਨੂੰ ਚੀਰ ਸਕਦਾ ਹੈ, ਸੱਚ ਨੂੰ ਨਹੀਂ ਚੀਰ ਸਕਦਾ। ਫਿਰ ਉਹ ਟਲ ਕੇ ਕਿਤੇ ਜਾਂਦੇ ਨੇ ਜਾਂ ਕਿਤੇ ਗਏ ਨੇ। ਫਿਰ ਉਹ ਔਰਤਾਂ, ਉਹ ਬੀਬੀਆਂ ਭੈਣਾਂ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਿਆਂ ਦੇ ਹਾਰ ਬਣਵਾ ਲੈਂਦੀਆਂ ਨੇ, ਪਰ ਟਲਦੀਆਂ ਨੇ ਕਿਤੇ, ਡੋਲਦੀਆਂ ਨੇ ਕਿਤੇ, ਉਹ ਸੱਚ ਤੋਂ ਕਿਤੇ ਦੂਰ ਜਾਂਦੀਆਂ ਨੇ, ਸਵਾਲ ਨਹੀਂ ਪੈਦਾ। ਫਿਰ ਉਹਨਾਂ ਦੇ ਬੱਚਿਆਂ ਦੇ ਟੁਕੜੇ ਕਰਕੇ ਨਾ, ਕਲੇਜੇ ਕੱਢ ਕੇ, ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾ ਦਿੱਤਾ ਜਾਂਦਾ ਹੈ। ਪਰ ਕੀ ਉਹ ਸੱਚ ਤੋਂ ਟਲ ਗਏ, ਡੋਲ ਗਏ? ਬਿਲਕੁਲ ਵੀ ਨਾ। ਤਾਂ ਜਿਨ੍ਹਾਂ ਨੇ ਆਪਣੇ ਅੰਦਰ ਇਸ ਚੀਜ਼ ਨੂੰ ਅਨੁਭਵ ਕਰ ਲਿਆ, ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰ ਲਿਆ, ਉਹ ਫਿਰ ਡੋਲ ਕੇ ਕਿਤੇ ਨਹੀਂ ਜਾਂਦੇ। ਉਹਨਾਂ ਦਾ ਮਨ ਫਿਰ ਕਿਤੇ ਡੋਲਦਾ ਨਹੀਂ, ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਸਮੱਸਿਆਵਾਂ ਨਹੀਂ ਰਹਿੰਦੀਆਂ, ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਫਿਰ ਸੁਲਝ ਜਾਂਦੀਆਂ ਨੇ, ਉਹ ਭਟਕਣਾ ਤੋਂ ਬਚ ਜਾਂਦੇ ਨੇ। ਰਹਿ ਲਪਟ ਘਟ ਪਰਚੋ ਪਾਵਾ। ਰਹਿ ਲਪਟ ਦਾ ਮਤਲਬ ਚਿੰਬੜਿਆ ਰਹਿੰਦਾ ਹੈ। ਜਿਵੇਂ ਕਹਿੰਦੇ ਨਾ ਫਲਾਣਾ ਬੰਦਾ ਤੇ ਉਹਨੂੰ ਚੀਜ਼ ਨੂੰ ਚਿੰਬੜਿਆ ਹੀ ਰਹਿੰਦਾ। ਅਸੀਂ ਆਮ ਨਹੀਂ ਕਹਿੰਦੇ ਸਾਡਾ ਫਲਾਣਾ ਬੱਚਾ ਉਹ ਤੇ ਸਾਰਾ ਦਿਨ ਫੋਨ ਨੂੰ ਹੀ ਚਿੰਬੜਿਆ ਰਹਿੰਦਾ ਹੈ, ਫੋਨ ਨੂੰ ਛੱਡਦਾ ਹੀ ਨਹੀਂ,
ਚਿੰਬੜੇ ਰਹਿੰਦੇ ਨੇ ਨਾ ਬੰਦੇ, ਕੋਈ ਕੰਮ ਨੂੰ, ਕੋਈ ਕਿਸੇ ਚੀਜ਼ ਨੂੰ, ਕੋਈ ਕਿਸੇ ਨੂੰ ਚਿੰਬੜੇ ਰਹਿੰਦੇ ਨੇ। ਘਟ ਦਾ ਮਤਲਬ ਹਿਰਦੇ ਵਿੱਚ, ਤੇ ਪਰਚੋ ਦਾ ਮਤਲਬ ਹੁੰਦਾ ਹੈ ਪਰਚੇ, ਸਾਂਝ, ਪਿਆਰ। ਪਰਚਾ ਪਾਉਣ ਦਾ ਮਤਲਬ ਸਾਂਝ ਪਾਣੀ, ਪਿਆਰ ਪਾਣਾ। ਰਹਿ ਲਪਟ, ਫਿਰ ਐਸਾ ਬੰਦਾ ਪ੍ਰਭੂ ਦੇ ਗੁਣਾਂ ਦੇ ਨਾਲ ਲਪਟਿਆ ਰਹਿੰਦਾ ਹੈ, ਚਿੰਬੜਿਆ ਰਹਿੰਦਾ ਹੈ, ਗੁਣਾਂ ਦੇ ਨਾਲ ਸਾਂਝ ਪਾਈ ਰੱਖਦਾ ਹੈ, ਗੁਰਮਤ ਸਿਧਾਂਤਾਂ ਦੇ ਨਾਲ ਚਿੰਬੜਿਆ ਰਹਿੰਦਾ ਹੈ, ਸੱਚਾਈ ਨਾਲ ਚਿੰਬੜਿਆ ਰਹਿੰਦਾ ਹੈ, ਲਪਟਿਆ ਰਹਿੰਦਾ ਹੈ, ਪਿਆਰ ਪਾਈ ਰੱਖਦਾ ਹੈ, ਗੁਣਾਂ ਦੀ ਸਾਂਝ ਪਾਈ ਰੱਖਦਾ ਹੈ। ਮਜਾਲ ਹੈ ਇੱਕ ਪਲ ਵਾਸਤੇ ਵੀ ਉਹ ਗੁਰਮਤ ਤੋਂ, ਸੱਚਾਈ ਤੋਂ, ਸਿੱਖੀ ਤੋਂ, ਰੱਬੀ ਗੁਣਾਂ ਤੋਂ ਦੂਰ ਹੋ ਜਾਏ, ਇੱਕ ਪਲ ਵਾਸਤੇ ਵੀ ਨਹੀਂ, ਫਿਰ ਉਹ ਲਪਟਿਆ ਰਹਿੰਦਾ ਹੈ, ਪਰਚਾ ਪਾਈ ਰੱਖਦਾ ਹੈ। ਉਹਦੀ ਫਿਰ ਸਾਂਝ ਰੱਬੀ ਗੁਣਾਂ ਦੇ ਨਾਲ ਬਣੀ ਰਹਿੰਦੀ ਹੈ। ਜਿਵੇਂ ਇੱਕ ਬੂੰਦ ਸਾਗਰ ਵਿੱਚ ਮਿਲ ਕੇ ਸਾਗਰ ਹੋ ਜਾਂਦੀ ਹੈ, ਐਵੇਂ ਉਹ ਰੱਬ ਦੇ ਅੰਦਰ ਮਿਲ ਕੇ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਠੱਠਾ, ਇਹ ਦੂਰ ਠਗ ਨੀਰਾ। ਇਹ ਦਾ ਮਤਲਬ ਇਹ ਮਾਇਆ, ਇਹ ਸੋਚ ਜਿਹੜੀ ਮਾਇਆ ਵਾਲੀ ਹੈ। ਦੂਰ ਦਾ ਮਤਲਬ ਦੂਰ ਤੋਂ, ਦੂਰੋਂ ਵੇਖਿਆ। ਦੂਰ ਦਾ ਮਤਲਬ ਦੂਰ ਤੋਂ, ਦੂਰੋਂ ਵੇਖਿਆ। ਠਗ ਨੀਰਾ ਦਾ ਮਤਲਬ ਠੱਗਣ ਵਾਲਾ ਪਾਣੀ, ਭੁਲੇਖੇ ਵਿੱਚ ਪਾਉਣ ਵਾਲਾ ਪਾਣੀ। ਜਿਵੇਂ ਰੇਗਿਸਤਾਨ ਦੇ ਅੰਦਰ ਜਦੋਂ ਗਰਮੀ ਪੈਂਦੀ ਹੈ ਨਾ, ਤੇ ਉਦੋਂ ਦੂਰ ਇੰਜ ਦਿਸਦਾ ਹੈ ਕਿ ਜਿਵੇਂ ਪਾਣੀ ਦਾ ਸਰੋਵਰ ਹੈ, ਕਿ ਸੂਰਜ ਦੀ ਤਪਸ਼ ਦੇ ਨਾਲ ਰੇਤਾ ਤਪਦਾ ਹੈ, ਤੇ ਸੂਰਜ ਦੀਆਂ ਜੋ ਕਿਰਨਾਂ ਨੇ ਤਪਸ਼ ਦੇ ਕਾਰਨ ਕਈ ਵਾਰ ਧਰਤੀ ਤੋਂ ਥੋੜੀਆਂ ਜਿਹੀਆਂ ਉੱਤੋਂ ਹੀ ਵਾਪਸ ਪਰਤ ਜਾਂਦੀਆਂ ਨੇ, ਤੇ ਥੱਲੇ ਜਿਹੜਾ ਹੈ ਉਹ ਹਨੇਰਾ ਦਿਸਦਾ ਹੈ, ਜਾਂ ਇਹਦਾ ਕੋਈ ਹੋਰ ਕਾਰਨ ਜਿਹੜਾ ਵੀ ਹੋਵੇ। ਤੇ ਸਾਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਉੱਥੇ ਪਾਣੀ ਦੀਆਂ ਲਹਿਰਾਂ ਨੇ, ਸਮੁੰਦਰ ਦਿਸਦਾ ਹੈ, ਪਾਣੀ ਦਿਸਦਾ ਹੈ। ਇੱਧਰ ਵੀ ਕਈ ਵਾਰ ਸੜਕ ਦੇ ਉੱਤੇ ਜਾਈਏ ਤੇ ਦੂਰ ਦਿਸਦਾ ਹੈ ਪਾਣੀ, ਹੁੰਦਾ ਨਹੀਂ, ਸਿਰਫ ਦਿਸਦਾ ਹੈ, ਭੁਲੇਖਾ ਪੈਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਦੂਰੋਂ ਵੇਖਿਆ ਰੇਤੇ ਦੇ ਅੰਦਰ ਪਾਣੀ ਚਮਕਦਾ ਹੋਇਆ ਪ੍ਰਤੀਤ ਹੁੰਦਾ ਹੈ, ਪਰ ਹੁੰਦਾ ਨਹੀਂ, ਉਹ ਇੱਕ ਭੁਲੇਖਾ ਹੁੰਦਾ ਹੈ। ਇਸੇ ਤਰ੍ਹਾਂ ਇਹ ਜਿਹੜੀ ਮਾਇਆ ਹੈ, ਇਹ ਦਾ ਮਤਲਬ ਇਹ ਮਾਇਆ ਵਾਲੀ ਸੋਚ। ਮਾਇਆ ਦਾ ਮਤਲਬ ਪੈਸਾ ਨਹੀਂ, ਮਾਇਆ ਦਾ ਮਤਲਬ ਔਰਤ ਨਹੀਂ। ਸਾਡੀ ਉਹ ਮੈਂਟੈਲਿਟੀ, ਸਾਡੀ ਉਹ ਸੋਚ ਜੋ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ, ਜੋ ਸੋਚ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਸਾਨੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ ਬਣਾਉਂਦੀ ਹੈ, ਇਹ ਦੂਰੋਂ ਇੰਜ ਪ੍ਰਤੀਤ ਹੁੰਦੀ ਹੈ ਕਿ ਬਹੁਤ ਚੰਗੀ ਹੈ, ਸਾਨੂੰ ਇਹ ਚੰਗੀ ਲੱਗਦੀ ਹੈ ਵੀ ਇਹ ਸੁੱਖਾਂ ਦਾ ਕਾਰਨ ਹੈ। ਜਿਵੇਂ ਦੂਰੋਂ ਚਮਕਦੇ ਰੇਤਾ ਜਿਹੜਾ ਹੈ ਪਾਣੀ ਦਾ ਭੁਲੇਖਾ ਪਾਉਂਦਾ ਹੈ, ਇਸੇ ਤਰ੍ਹਾਂ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੂਰੋਂ ਵੇਖਿਆ ਬੜੇ ਚੰਗੇ ਲੱਗਦੇ ਨੇ, ਉਹਦੀ ਤਰ੍ਹਾਂ ਭੁਲੇਖਾ ਪਾਉਂਦੇ ਨੇ। ਕਿੱਕਰਾਂ ਦੇ ਬੀਜ ਤੁਸੀਂ ਵੇਖੇ ਹੋਣਗੇ, ਕਾਸ਼ਨੀ ਜਿਹਾ ਰੰਗ ਹੁੰਦਾ ਹੈ, ਬੜਾ ਉਹਨਾਂ ਦਾ ਸੋਹਣਾ ਡਿਜ਼ਾਈਨ ਹੁੰਦਾ ਹੈ, ਔਰ ਬੜੇ ਕੂਲੇ ਕੂਲੇ ਜਿਹੇ ਹੁੰਦੇ ਨੇ, ਬਿਲਕੁਲ ਕੂਲੇ ਨੇ, ਨਰਮ ਨੇ। ਔਰ ਉਹਨਾਂ ਕਿੱਕਰਾਂ ਦੇ ਬੀਜਾਂ ਨੂੰ ਤੁਸੀਂ ਹੱਥਾਂ ਵਿੱਚ ਲਾਓਗੇ, ਬੜੇ ਨਰਮ ਲੱਗਣਗੇ। ਕਦੇ ਬੰਦਾ ਸੋਚ ਵੀ ਨਹੀਂ ਸਕਦਾ ਕਿ ਇਹਨਾਂ ਕਿੱਕਰਾਂ ਦੇ ਬੀਜਾਂ ਵਿੱਚੋਂ ਸੂਲਾਂ ਵੀ ਚੁਭ ਸਕਦੀਆਂ ਨੇ, ਚੁਭਨ ਇਹਨਾਂ ਵਿੱਚ ਹੈ ਹੀ ਨਹੀਂ, ਤੇ ਬੜੇ ਨਰਮ ਨੇ। ਪਰ ਜਦੋਂ ਉਹਨਾਂ ਨਰਮ ਬੀਜਾਂ ਨੂੰ ਬੀਜ ਦਿੱਤਾ ਜਾਂਦਾ ਨਾ ਪੈਲੀ ਵਿੱਚ, ਖੇਤ ਵਿੱਚ ਜਾਂ ਜ਼ਮੀਨ ਵਿੱਚ, ਫਿਰ ਉਹ ਬੀਜ ਉਗਦੇ ਨੇ, ਤੇ ਕਰੂੰਬਲਾ ਜਦੋਂ ਪਹਿਲਾ ਜਿਹੜਾ ਅੰਕੁਰ ਨਿਕਲਦਾ ਹੈ ਬੜਾ ਕੋਮਲ ਹੁੰਦਾ ਹੈ, ਪਰ ਜਦੋਂ ਉਹ ਰੁੱਖ ਬਣ ਜਾਂਦਾ ਫਿਰ ਲੰਬੀਆਂ ਸੂਲਾਂ ਨਿਕਲਦੀਆਂ ਨੇ। ਬਾਅਦ ਚ ਪਤਾ ਲੱਗਦਾ ਉਹ ਇਹਦੇ ਵਿੱਚ ਸੂਲਾਂ ਵੀ ਸਨ। ਇਸੇ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੇਸ਼, ਵੈਰ, ਵਿਰੋਧ ਕਿੱਕਰਾਂ ਦੇ ਬੀਜਾਂ ਵਾਂਗੂ ਨਰਮ ਲੱਗਦੇ ਨੇ। ਜਦੋਂ ਅਸੀਂ ਇਹ ਕਰਮ ਕਰਦੇ ਹਾਂ ਤੇ ਬੜੇ ਸੋਹਣੇ ਲੱਗਦੇ ਨੇ, ਪਰ ਜਦੋਂ ਇਹ ਬੀਜੇ ਜਾਣ ਤੇ ਇਹਨਾਂ ਦਾ ਫਲ ਮਿਲਦਾ ਹੈ, ਉਦੋਂ ਫਿਰ ਇਹ ਫਲ ਸੂਲਾਂ ਦੀ ਤਰ੍ਹਾਂ ਚੁਭਦਾ ਹੈ। ਇਹਨੂੰ ਕਹਿੰਦੇ ਨੇ ਕਿ ਇਹ ਜਿਹੜੇ ਵਿਸ਼ੇ ਵਿਕਾਰ ਨੇ, ਇਹ ਦੂਰੋਂ ਜਿਵੇਂ ਵੇਖਿਆ ਪਾਣੀ ਜਿਹੜਾ ਹੈ ਨਾ ਲੱਗਦਾ ਰੇਤੇ ਦੇ ਵਿੱਚ, ਤੇ ਮਿਰਗ ਨੂੰ ਭੁਲੇਖਾ ਪੈ ਜਾਂਦਾ ਹੈ, ਤੇ ਉਹ ਹਿਰਨ ਉਸ ਪਾਣੀ ਵੱਲ ਭੱਜਦਾ ਹੈ, ਅਖੀਰ ਭੱਜ ਕੇ ਪਿਆਸ ਨਾਲ ਮਰ ਜਾਂਦਾ ਹੈ, ਪਰ ਪਾਣੀ ਮਿਲਦਾ ਨਹੀਂ ਕਿਉਂਕਿ ਹੈ ਹੀ ਨਹੀਂ। ਇਸੇ ਤਰ੍ਹਾਂ ਜਿਹੜੇ ਇਹ ਵਿਸ਼ੇ ਵਿਕਾਰ ਨੇ, ਪਾਪ ਅਪਰਾਧ ਨੇ, ਜਿਹੜੀ ਮਾੜੀ ਬਿਰਤੀ ਹੈ, ਦੂਰੋਂ ਓਪਰੀ ਨਜ਼ਰੇ ਵੇਖਿਆ ਇੰਜ ਲੱਗਦਾ ਹੈ ਕਿ ਇਹ ਸਾਰਾ ਕੁਝ ਚੰਗਾ ਹੈ, ਇਥੋਂ ਸੁੱਖ ਪੈਦਾ ਹੋਏਗਾ, ਪਰ ਜਦੋਂ ਬੰਦਾ ਇਹ ਵਿਸ਼ੇ ਵਿਕਾਰ ਕਮਾ ਬੈਂਦਾ ਹੈ, ਉਹਦਾ ਰਿਜ਼ਲਟ ਜਿਹੜਾ ਹੈ ਦੁੱਖ ਵਿੱਚ ਨਿਕਲਦਾ ਹੈ। ਇਹ ਭੁਲੇਖਾ ਹੈ। ਇਸ ਲਈ ਸਾਨੂੰ ਇਹ ਭੁਲੇਖਾ ਦੂਰ ਕਰਨਾ ਚਾਹੀਦਾ ਹੈ।
ਅਸਲੀਅਤ ਜਾਣਨੀ ਚਾਹੀਦੀ ਹੈ ਕਿ ਜ਼ਿੰਦਗੀ ਦੀ ਅਸਲੀਅਤ ਕੀ ਹੈ, ਇਸ ਦਾ ਰਿਜ਼ਲਟ ਕੀ ਨਿਕਲੇਗਾ। ਨੀਠ ਨੀਠ ਮਨ ਕੀਆ ਧੀਰਾ। ਨੀਠ ਦਾ ਮਤਲਬ ਹੁੰਦਾ ਹੈ ਨਿਰਖ ਕੇ, ਨੀਝ ਲਾ ਕੇ, ਗੌ ਦੇ ਨਾਲ ਤੱਕ ਕੇ। ਨੀਠ ਨੀਠ ਦਾ ਮਤਲਬ ਚੰਗੀ ਤਰ੍ਹਾਂ ਨੀਝ ਲਾ ਲਾ ਕੇ, ਪਰਖ ਪਰਖ ਕੇ, ਵਿਚਾਰ ਵਿਚਾਰ ਕੇ। ਕੀਆ ਦਾ ਮਤਲਬ ਬਣਾ ਲਿਆ, ਧੀਰਾ ਦਾ ਮਤਲਬ ਧੀਰਜਵਾਨ, ਟਿਕੇ ਰਹਿਣ ਵਾਲਾ। ਤੋ ਨੀਠ ਨੀਠ ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਗਹੁ ਦੇ ਨਾਲ ਤੱਕ ਤੱਕ ਕੇ, ਵਿਚਾਰ ਵਿਚਾਰ ਕੇ, ਪਰਖ ਪਰਖ ਕੇ ਆਪਣੇ ਮਨ ਨੂੰ ਧੀਰਜ ਵਾਲਾ ਬਣਾ ਲਿਆ। ਮੈਨੂੰ ਸਮਝ ਆ ਗਈ ਔਰ ਮੈਂ ਆਪਣੇ ਮਨ ਨੂੰ ਸਮਝਾ ਲਿਆ ਕਿ ਸਾਰੇ ਦਾ ਸਾਰਾ ਭੁਲੇਖਾ ਹੈ, ਇਹ ਸਾਰੇ ਦੁੱਖਾਂ ਦਾ ਕਾਰਨ ਨੇ। ਇਸ ਲਈ ਮੈਂ ਆਪਣੇ ਮਨ ਨੂੰ ਧੀਰਜਵਾਨ ਬਣਾ ਲਿਆ ਹੈ, ਆਪਣੇ ਮਨ ਅੰਦਰ ਬਲ ਪੈਦਾ ਕਰ ਲਿਆ ਹੈ, ਧੀਰਜ ਪੈਦਾ ਕਰ ਲਿਆ ਹੈ, ਵਿਲ ਪਾਵਰ ਪੈਦਾ ਕਰ ਲਈ ਹੈ। ਮੇਰਾ ਮਨ ਹੁਣ ਵਿਕਾਰਾਂ ਵੱਲ ਜਾਂਦਾ ਨਹੀਂ। ਹੁਣ ਇਹਨੂੰ ਸਮਝ ਆ ਗਈ ਹੈ ਕਿ ਰੇਤਾ ਚਮਕ ਰਿਹਾ ਹੈ, ਪਾਣੀ ਹੈ ਨਹੀਂ। ਹੁਣ ਇਸ ਮਨ ਨੂੰ ਸਮਝ ਆ ਗਈ ਹੈ ਕਿ ਵਿਕਾਰਾਂ ਦੇ ਵਿੱਚ ਦੁੱਖ ਨੇ, ਇਹਨਾਂ ਅੰਦਰ ਸੁੱਖ ਹੈ ਨਹੀਂ। ਇਸ ਲਈ ਮੈਂ ਆਪਣੇ ਮਨ ਨੂੰ ਧੀਰਜ ਵਾਲਾ ਬਣਾ ਲਿਆ, ਮੇਰੇ ਮਨ ਨੂੰ ਸਬਰ ਆ ਗਿਆ ਹੈ, ਮੇਰਾ ਮਨ ਦੌੜਨ ਤੋਂ ਰੁਕ ਗਿਆ ਹੈ। ਜਿਨ ਠੱਗ ਠੱਗਿਆ ਸਗਲ ਜਗ ਖਾਵਾ। ਜਿਨ ਠੱਗ ਠੱਗਿਆ, ਇਥੇ ਜਿਨ ਠੱਗ ਦਾ ਮਤਲਬ ਜਿਸ ਠੱਗ ਨੇ। ਅਗਲੇ ਪੰਕਤੀ ਵਿੱਚ ਪੜੋਗੇ ਨਾ, ਸੋ ਠੱਗ ਠੱਗਿਆ, ਉਥੇ ਠੱਗ ਦੇ ਗੱਗੇ ਥੱਲੇ ਔਂਕੜ ਹੈ, ਤੇ ਜੋ ਪਹਿਲਾ ਠੱਗ ਹੈ ਇਸ ਠੱਗ ਦੇ ਗੱਗੇ ਨਾਲ ਸਿਹਾਰੀ ਹੈ। ਇੱਥੇ ਸਿਹਾਰੀ ਲੱਗਣ ਨਾਲ ਇਹਦਾ ਮੀਨਿੰਗ ਬਣ ਗਿਆ ਹੈ ਠੱਗ ਨੇ। ਤੇ ਜਦੋਂ ਠੱਗ ਦੇ ਗੱਗੇ ਥੱਲੇ ਔਂਕੜ ਆਏਗਾ, ਉਹ ਇੱਕ ਵਚਨ ਠੱਗ ਹੋ ਜਾਏਗਾ, ਉਹ ਨਾਉਨ ਹੋ ਜਾਏਗਾ, ਸੰਗਿਆ। ਇੱਥੇ ਠੱਗ ਅਧਿਕਰਨ ਕਾਰਕ, ਠੱਗ ਨੇ। ਜਿਨ ਠੱਗ ਠੱਗਿਆ, ਜਿਸ ਠੱਗ ਨੇ ਸਾਰੇ ਜਗਤ ਨੂੰ ਠੱਗ ਲਿਆ ਹੈ। ਖਾਵਾ ਦਾ ਮਤਲਬ ਖਾ ਲਿਆ ਹੈ, ਖਾਨ ਦਾ ਮਤਲਬ ਫਸਾ ਲਿਆ ਹੈ, ਆਪਣੀ ਪਕੜ ਵਿੱਚ ਲੈ ਲਿਆ ਹੈ। ਕਿੰਨੇ ਮਾਇਆ ਦੇ ਮੋਹ ਨੇ, ਜਿਹੜੀ ਸੋਚ ਨੇ, ਸੋਚ ਹੀ ਹੈ ਨਾ ਮਾਇਆ। ਤਾਂ ਜਿਸ ਮਾਇਕ ਮੋਹ ਰੂਪ ਠੱਗ ਨੇ ਸਾਰੇ ਜਗਤ ਨੂੰ ਭੁਲੇਖੇ ਵਿੱਚ ਪਾਇਆ ਹੋਇਆ ਹੈ ਔਰ ਸਾਰੇ ਜਗਤ ਦੇ ਆਤਮਿਕ ਜੀਵਨ ਨੂੰ ਖਾ ਲਿਆ ਹੈ, ਸਾਰੇ ਜਗਤ ਨੂੰ ਆਪਣੇ ਗ੍ਰਿਫਤ ਦੇ ਵਿੱਚ ਲੈ ਲਿਆ ਹੈ, ਪਕੜ ਦੇ ਵਿੱਚ ਲੈ ਲਿਆ ਹੈ। ਜਿਸ ਮੋਹ ਨੇ, ਜਿਸ ਮਾਇਆ ਵਾਲੀ ਸੋਚ ਨੇ, ਵਿਕਾਰੀ ਸੋਚ ਨੇ ਜਿਸ ਜਗਤ ਨੂੰ ਠੱਗ ਲਿਆ ਹੈ, ਆਪਣੀ ਗ੍ਰਿਫਤ ਦੇ ਅੰਦਰ ਲੈ ਲਿਆ ਹੈ। ਹੁਣ ਗੁਰੂ ਜੀ ਕਹਿੰਦੇ ਨੇ, ਸੋ ਠੱਗ ਠੱਗਿਆ ਠੌਰ ਮਨ ਆਵਾ। ਠੌਰ ਦਾ ਮਤਲਬ ਟਿਕਾਣੇ ਤੇ। ਉਸ ਠੱਗ ਨੂੰ ਕਾਬੂ ਕੀਤਿਆਂ ਮੇਰਾ ਮਨ ਟਿਕਾਣੇ ਤੇ ਆ ਗਿਆ। ਉਸ ਠੱਗ ਨੂੰ ਮੈਂ ਠੱਗ ਲਿਆ। ਠੱਗਣ ਦਾ ਮਤਲਬ ਕਾਬੂ ਕਰਨਾ। ਜਿਵੇਂ ਆ ਮਾੜੀ ਸੋਚ ਨੇ ਸਾਰੀ ਦੁਨੀਆ ਨੂੰ ਕਾਬੂ ਕੀਤਾ ਨਾ, ਤੇ ਜੇ ਕੋਈ ਬੰਦਾ ਆਪਣੀ ਮਾੜੀ ਸੋਚ ਨੂੰ ਕਾਬੂ ਕਰ ਲਵੇ, ਵਿਸ਼ੇ ਵਿਕਾਰਾਂ ਨੂੰ ਕਾਬੂ ਕਰ ਲਵੇ, ਆਪਣੇ ਗਿਆਨ ਇੰਦਰੀਆਂ ਨੂੰ ਕੰਟਰੋਲ ਵਿੱਚ ਕਰ ਲਵੇ, ਤਾਂ ਠੌਰ ਮਨ ਆਵਾ, ਮਨ ਟਿਕਾਣੇ ਤੇ ਆ ਜਾਂਦਾ ਹੈ, ਮਨ ਰੱਬ ਵਿੱਚ ਮਿਲ ਜਾਂਦਾ ਹੈ, ਮਨ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ, ਅੰਦਰ ਬੰਦੇ ਦੀ ਇਨਸਾਨੀਅਤ ਪੈਦਾ ਹੋ ਜਾਂਦੀ ਹੈ। ਜਿਸ ਮਾਇਆ ਰੂਪ ਠੱਗ ਨੇ, ਸੋਚ ਨੇ ਸਾਰੇ ਜਗਤ ਨੂੰ ਆਪਣੇ ਕਾਬੂ ਵਿੱਚ ਕਰਕੇ ਅਸਲ ਮਨੁੱਖੀ ਨਿਸ਼ਾਨੇ ਤੋਂ ਭੁਲਾ ਦਿੱਤਾ ਹੈ, ਇਨਸਾਨੀਅਤ ਤੋਂ ਦੂਰ ਕਰ ਦਿੱਤਾ ਹੈ। ਜਦੋਂ ਉਸ ਮਨ ਨੂੰ, ਉਸ ਸੋਚ ਨੂੰ ਮੈਂ ਕਾਬੂ ਕਰ ਲਿਆ, ਮੋਹ ਆਦਿਕ ਨੂੰ, ਤਾਂ ਫਿਰ ਮੇਰਾ ਮਨ ਟਿਕਾਣੇ ਤੇ ਆ ਗਿਆ। ਹੁਣ ਮੇਰਾ ਮਨ ਸੱਚ ਨੂੰ ਛੱਡ ਕੇ ਕਿਸੇ ਪਾਸੇ ਜਾਂਦਾ ਨਹੀਂ ਹੈ। ਡੱਡਾ ਡਰ ਉਪਜੇ ਡਰ ਜਾਈ। ਡੱਡੇ ਅੱਖਰ ਰਾਹੀਂ ਉਪਦੇਸ਼ ਕਰ ਰਹੇ ਨੇ। ਉਪਜੇ ਦਾ ਮਤਲਬ ਪੈਦਾ ਹੋ ਜਾਏ, ਜਾਈ ਦਾ ਮਤਲਬ ਚਲਾ ਜਾਂਦਾ ਹੈ, ਦੂਰ ਚਲਾ ਜਾਂਦਾ ਹੈ। ਡੱਡਾ ਡਰ ਉਪਜੇ, ਜੇ ਪ੍ਰਭੂ ਦਾ ਡਰ ਪੈਦਾ ਹੋ ਜਾਏ, ਅਦਬ ਅੰਦਰ ਪੈਦਾ ਹੋ ਜਾਏ। ਡਰ ਜਾਈ ਦਾ ਮਤਲਬ ਜੋ ਦੁਨੀਆ ਦਾ ਡਰ ਹੈ ਉਹ ਮਨੁੱਖ ਦੇ ਮਨ ਚੋਂ ਫਿਰ ਦੂਰ ਹੋ ਜਾਂਦਾ ਹੈ। ਜੇ ਪ੍ਰਭੂ ਦਾ ਡਰ, ਅਦਬ, ਸਤਕਾਰ ਮਨੁੱਖ ਦੇ ਹਿਰਦੇ ਵਿੱਚ ਪੈਦਾ ਹੋ ਜਾਏ, ਤਾਂ ਫਿਰ ਜਿਹੜੇ ਆ ਦੂਜੇ ਡਰ ਨੇ ਨਾ, ਦੁੱਖਾਂ ਦੇ, ਚਿੰਤਾਵਾਂ ਦੇ, ਜਿਹੜਾ ਸਾਡੇ ਉੱਤੇ ਸਹਿਮ ਬਣਿਆ ਰਹਿੰਦਾ ਹੈ, ਉਹ ਸਾਰੇ ਡਰ, ਉਹ ਸਾਰੇ ਸਹਿਮ, ਉਹ ਸ਼ੰਕੇ ਸਭ ਦੂਰ ਹੋ ਜਾਂਦੇ ਨੇ। ਜੇ ਬੰਦੇ ਦੇ ਅੰਦਰ ਅਦਬ ਪੈਦਾ ਹੋ ਜਾਏ ਰੱਬ ਦਾ, ਗੁਰੂ ਦਾ, ਬਾਕੀ ਡਰ ਸਾਰੇ ਖਤਮ ਹੋ ਜਾਣਗੇ।
ਹੁਣ ਮੇਰੀ ਜ਼ਿੰਦਗੀ ਵਿੱਚ ਡਰ ਕਿਉਂ ਹੈ? ਮੈਂ ਕਿਤੇ ਚੋਰੀ ਕੀਤੀ ਹੈ, ਕਿਸੇ ਦੇ ਮੈਂ ਖਿਲਾਫ ਬੋਲਿਆ ਹਾਂ। ਅਧਰਮੀ ਬੰਦਾ ਹੀ ਡਰਦਾ ਹੈ, ਧਰਮੀ ਨੂੰ ਤੇ ਡਰ ਦੀ ਲੋੜ ਨਹੀਂ ਹੁੰਦੀ। ਡਰ ਤਾਂ ਪਾਪੀ ਦੇ ਮਨ ਵਿੱਚ ਪੈਦਾ ਹੁੰਦਾ ਨਾ। ਸੋ ਡਰੈ ਜੇ ਪਾਪ ਕਮਾਉਂਦਾ, ਧਰਮੀ ਵਿਗਸੇਤ। ਹੁਣ ਮੈਨੂੰ ਤੁਹਾਡੇ ਤੋਂ ਡਰ ਕਿਉਂ ਲੱਗੇਗਾ? ਜੇ ਮੈਂ ਤੁਹਾਡੇ 4 ਪੈਸੇ ਮਾਰੇ ਹੋਣਗੇ, ਤੁਹਾਡੀ ਮੈਂ ਕੋਈ ਚੁਗਲੀ ਕੀਤੀ ਹੋਵੇਗੀ, ਤੁਹਾਡੇ ਮੈਂ ਖਿਲਾਫ ਬੋਲਿਆ ਹੋਵਾਂਗਾ, ਕੋਈ ਨੁਕਸਾਨ ਕੀਤਾ ਹੋਵੇਗਾ, ਚੋਰੀ ਕੀਤੀ ਹੋਵੇਗੀ, ਤਾਂ ਮੈਨੂੰ ਡਰ ਲੱਗਣਾ ਹੈ ਯਾਰ ਇੰਨੀਆਂ ਮੇਰੀਆਂ ਭੈਣਾਂ ਨੂੰ ਜਾਂ ਮੇਰੇ ਵੀਰਾਂ ਨੂੰ ਪਤਾ ਲੱਗ ਗਿਆ ਤੇ ਫਿਰ ਕੀ ਹੋਏਗਾ। ਪਰ ਜਦੋਂ ਮੈਂ ਹਮੇਸ਼ਾ ਤੁਹਾਡੀ ਹੈਲਪ ਹੀ ਕੀਤੀ ਹੈ, ਤੁਹਾਡੇ ਨਾਲ ਪਿਆਰ ਵਾਲਾ ਵਤੀਰਾ ਕੀਤਾ ਹੈ, ਇਮਾਨਦਾਰੀ ਦੇ ਨਾਲ ਵਰਤਿਆ ਹਾਂ, ਤਾਂ ਮੈਨੂੰ ਕੋਈ ਡਰ ਹੀ ਨਹੀਂ ਹੈ। ਤਾਂ ਜੇ ਰੱਬੀ ਡਰ ਪੈਦਾ ਹੋ ਜਾਏ ਨਾ, ਅਦਬ ਪੈਦਾ ਹੋ ਜਾਏ, ਤਾਂ ਬਾਕੀ ਦੁਨੀਆ ਵਾਲੇ ਡਰ ਜਿਹੜੇ ਨੇ ਆਟੋਮੈਟਿਕਲੀ ਖਤਮ ਹੋ ਜਾਂਦੇ ਨੇ। ਕਿਵੇਂ ਖਤਮ ਹੋ ਜਾਂਦੇ ਨੇ? ਹੁਣ ਮੰਨ ਲਓ ਇੱਕ ਬੰਦਾ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਹੈ, ਤਾਂ ਉਹਨੂੰ ਹੁਣ ਝੂਠ ਦਾ ਡਰ ਹੀ ਨਹੀਂ ਲੱਗਣਾ ਵੀ ਝੂਠ ਉੱਤੇ ਹਾਵੀ ਹੋ ਜਾਏਗਾ। ਜਿਹੜੇ ਝੂਠ ਦੇ ਨਾਲ ਡਰ ਪੈਦਾ ਹੋਣੇ ਸਨ ਉਹ ਪੈਦਾ ਹੀ ਨਹੀਂ ਹੋਣਗੇ। ਇੱਕ ਉੱਚੇ ਕਰੈਕਟਰ ਵਾਲਾ ਬੰਦਾ ਹੋ ਗਿਆ ਹੈ, ਉਹਨੇ ਆਪਣੇ ਆਚਰਨ ਆਦਰਸ਼ ਨੂੰ ਉੱਚਾ ਕਰ ਲਿਆ ਹੈ, ਤਾਂ ਹੁਣ ਉਹਨੂੰ ਡਰ ਹੀ ਨਹੀਂ ਹੈ ਨਾ ਕਿਸੇ ਚੀਜ਼ ਦਾ ਰਹਿਣਾ। ਉਹ ਐਸੇ ਫਿਰ ਕਰਮ ਕਰੇਗਾ ਨਹੀਂ ਜੇ ਰੱਬੀ ਅਦਬ ਪੈਦਾ ਹੋ ਜਾਏ। ਦੇਖੋ ਇਹਨੂੰ ਆਪਾਂ ਹੋਰ ਤਰੀਕੇ ਨਾਲ ਸਮਝਣ ਦਾ ਯਤਨ ਕਰੀਏ। ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ, ਡਰ, ਸਤਕਾਰ, ਪਿਆਰ, ਕੋਈ ਵੀ ਸ਼ਬਦ ਵਰਤ ਲਓ, ਜੇ ਸਾਡੇ ਅੰਦਰ ਪੈਦਾ ਹੋ ਜਾਏ, ਜਿਹਦੇ ਅੰਦਰ ਪੈਦਾ ਹੋ ਜਾਏ, ਜੇ ਗੁਰੂ ਦਾ ਅਦਬ, ਗੁਰੂ ਦਾ ਡਰ, ਸਤਕਾਰ ਪੈਦਾ ਹੋ ਜਾਏ, ਤਾਂ ਉਹ ਬੰਦਾ ਝੂਠ ਨਹੀਂ ਬੋਲੇਗਾ ਨਾ। ਗੁਰੂ ਜੀ ਰੋਜ਼ ਕਹਿੰਦੇ ਨੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਤਾਂ ਉਹਦੇ ਅੰਦਰ ਇਹ ਡਰ ਹੋਏਗਾ, ਯਾਰ ਗੁਰੂ ਜੀ ਕਹਿ ਰਹੇ ਨੇ ਜੇ ਮੈਂ ਝੂਠ ਬੋਲਾਂਗਾ ਮੇਰਾ ਗੁਰੂ ਮੇਰੇ ਤੋਂ ਨਾਰਾਜ਼ ਹੋਏਗਾ, ਤਾਂ ਉਹ ਝੂਠ ਨਹੀਂ ਬੋਲੇਗਾ। ਜੇ ਗੁਰੂ ਦਾ ਅਦਬ ਹੋਵੇ ਤਾਂ ਬੰਦਾ ਨਸ਼ੇ ਨਹੀਂ ਵਰਤੇਗਾ। ਜੇ ਗੁਰੂ ਦਾ ਅਦਬ ਸਤਕਾਰ ਹੋਵੇ, ਡਰ ਹੋਵੇ, ਤਾਂ ਬੰਦਾ ਕਰੈਕਟਰਲੈਸ ਨਹੀਂ ਹੋਏਗਾ, ਬੇਗਾਨਾ ਹੱਕ ਨਹੀਂ ਖਾਏਗਾ। ਤਾਂ ਕਿਉਂ ਨਾ ਗੁਰੂ ਦਾ ਡਰ ਅੰਦਰ ਪੈਦਾ ਕਰ ਲਿਆ ਜਾਏ, ਕਿਉਂ ਨਾ ਪ੍ਰਭੂ ਦਾ ਡਰ ਪੈਦਾ ਕਰ ਲਿਆ ਜਾਏ। ਡਰ ਦਾ ਮਤਲਬ ਅਦਬ ਸਤਕਾਰ ਪੈਦਾ ਕੀਤਾ ਜਾਏ। ਤਾਂ ਜਦੋਂ ਕਿਸੇ ਦੇ ਅੰਦਰ ਰੱਬੀ ਡਰ, ਅਦਬ ਸਤਕਾਰ ਪੈਦਾ ਹੋ ਜਾਂਦਾ ਹੈ, ਤਾਂ ਉਹਦੇ ਸਹਿਮ ਵਹਿਮ ਮੁੱਕ ਜਾਂਦੇ ਨੇ। ਤਾਂ ਡਰ ਮਹਿ ਡਰ ਰਿਹਾ ਸਮਾਈ। ਤਾਂ ਜਿਹੜਾ ਦੁਨੀਆ ਵਾਲਾ ਡਰ ਹੈ ਨਾ, ਉਹ ਰੱਬੀ ਡਰ ਦੇ ਅੰਦਰ ਹੀ ਸਮਾ ਜਾਂਦਾ ਹੈ, ਕਿਉਂਕਿ ਇਹ ਪੀੜਾ ਵੱਡੀ ਹੈ। ਇਹ ਪੀੜਾ ਵੱਡੀ ਹੈ। ਮੰਨ ਲਓ ਕਿ ਤੁਹਾਡੇ ਪੈਰ ਦੇ ਅੰਦਰ ਕੰਡਾ ਚੁੱਭ ਗਿਆ ਹੈ ਥੋੜਾ ਜਿਹਾ, ਪੈਰ ਦੀ ਚੀਚੀ ਵਿੱਚ, ਸੱਜੇ ਪੈਰ ਦੀ ਚੀਚੀ ਵਿੱਚ ਕੰਡਾ ਚੁੱਭ ਗਿਆ ਹੈ ਤੇ ਤੁਹਾਨੂੰ ਦਰਦ ਹੋ ਰਿਹਾ ਹੈ, ਤੇ ਤੁਸੀਂ ਪੈਰ ਫੜ ਕੇ ਬੈਠੇ ਹੋ। ਲੇਕਿਨ ਪੈਰ ਫੜ ਕੇ ਬੈਠੇ ਹੋ ਤੇ ਉੱਤੋਂ 1.5-2 ਕਿਲੋ ਦਾ ਵੱਟਾ, 2 ਕਿਲੋ ਦਾ ਵੱਟਾ ਲੋਹੇ ਦਾ, ਉਹ ਪਰਛੱਤੀ ਤੋਂ ਡਿੱਗਿਆ ਹੈ ਤੇ ਉਹ ਆਣ ਕੇ ਤੁਹਾਡੇ ਗਿੱਟੇ ਦੇ ਉੱਤੇ ਵੱਜਿਆ ਹੈ। ਹੁਣ ਚੀਚੀ ਫੜੋਗੇ ਸੱਜੇ ਪੈਰ ਦੀ, ਜਿੱਚ ਕੰਡਾ ਵੱਜਿਆ, ਕਿ ਪੈਰ ਦਾ ਗਿੱਟਾ ਫੜੋ? ਪੈਰ ਦਾ ਗਿੱਟਾ ਨਾ। ਕਿਉਂ ਚੀਚੀ ਕਿਉਂ ਨਹੀਂ ਫੜੋਗੇ? ਪੀੜ ਤੇ ਉੱਥੇ ਹੋ ਰਹੀ ਹੈ, ਕੰਡਾ ਤੇ ਉੱਥੇ ਵੀ ਹੈ, ਕੰਡਾ ਤੇ ਅੰਦਰ ਹੀ ਹੈ, ਕੰਡਾ ਤੇ ਅੰਦਰ ਹੀ ਹੈ ਨਾ। ਹੁਣ ਗਿੱਟਾ ਫੜ ਕੇ ਕਿਉਂ ਬਹਿ ਗਏ? ਉਸ ਚੀਚੀ ਵਾਲੇ ਦਰਦ ਨੂੰ ਮਹਿਸੂਸ ਵੀ ਨਹੀਂ ਕਰ ਰਹੇ, ਭੱਜੇ ਫਿਰ ਰਹੇ, ਹੁਣ ਮੈਨੂੰ ਡਾਕਟਰ ਕੋਲ ਲੈ ਕੇ ਜਾਓ। ਕਿਉਂਕਿ ਉਹ ਚੀਚੀ ਵਾਲੇ ਕੰਡੇ ਵਾਲੇ ਦਰਦ ਨਾਲੋਂ ਵੱਡਾ ਦਰਦ ਹੈ। ਇਸ ਲਈ ਛੋਟੇ ਦਰਦ ਵੱਡੇ ਦਰਦ ਵਿੱਚ ਸਮਾ ਜਾਂਦੇ ਨੇ। ਤੇ ਜਦੋਂ ਪ੍ਰਭੂ ਦਾ ਵੱਡਾ ਡਰ ਅੰਦਰ ਸਮਾ ਜਾਏ, ਪਿਆਰ ਸਤਕਾਰ ਅੰਦਰ ਪੈਦਾ ਹੋ ਜਾਏ, ਤਾਂ ਉਹਦੇ ਛੋਟੇ ਮੋਟੇ ਡਰ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਫਿਰ ਇਹਨਾਂ ਦੀ ਚਿੰਤਾ ਨਹੀਂ ਹੁੰਦੀ, ਵਿਸ਼ੇ ਵਿਕਾਰਾਂ ਵੱਲ ਬੰਦਾ ਨਹੀਂ ਦੌੜਦਾ। ਫਿਰ ਬੰਦਾ ਸੱਚ ਵਾਲੇ ਪਾਸੇ ਜਾਂਦਾ ਕਿ ਸੱਚ ਮਹਾਨ ਹੈ, ਉਹ ਵੱਡਾ ਹੈ। ਜੇ ਮੈਂ ਸੱਚ ਨੂੰ ਛੱਡਾਂਗਾ ਮੇਰਾ ਜ਼ਿਆਦਾ ਨੁਕਸਾਨ ਹੋਏਗਾ, ਝੂਠ ਨੂੰ ਛੱਡਣ ਨਾਲ ਮੇਰਾ ਕੋਈ ਨੁਕਸਾਨ ਨਹੀਂ ਹੋਣਾ, ਸੱਚ ਨੂੰ ਛੱਡਣ ਨਾਲ ਮੇਰਾ ਜ਼ਿਆਦਾ ਨੁਕਸਾਨ ਹੋ ਜਾਏਗਾ। ਈਰਖਾ ਨਾਲ ਮੇਰਾ ਜ਼ਿਆਦਾ ਨੁਕਸਾਨ ਨਹੀਂ ਹੋਣਾ ਜੇ ਈਰਖਾ ਨੂੰ ਛੱਡ ਦਿਆਂ, ਪਰ ਜੇ ਮੈਂ ਪਿਆਰ ਮੁਹੱਬਤ ਨੂੰ ਛੱਡ ਦਿੱਤਾ ਮੇਰੀ ਜ਼ਿੰਦਗੀ ਤਬਾਹ ਹੋ ਜਾਏਗੀ। ਇਸ ਲਈ ਫਿਰ ਉਹ ਰੱਬੀ ਅਦਬ ਦੇ ਅੰਦਰ ਰਹਿੰਦਾ ਹੈ ਤੇ ਉਹਦੇ ਦੁਨੀਆ ਵਾਲੇ ਜਿਹੜੇ ਸਹਿਮ ਨੇ, ਵਿਕਾਰ ਨੇ, ਪਾਪ ਨੇ, ਉਹ ਖਤਮ ਹੋ ਜਾਂਦੇ। ਜੋ ਡਰ ਡਰੇ ਤਾਂ ਫਿਰ ਡਰ ਲੱਗ ਗਏ। ਜੋ ਡਰ ਡਰੇ, ਇੱਥੇ ਡਰ ਡਰੇ ਦਾ ਮਤਲਬ ਜੇ ਰੱਬ ਦੇ ਡਰ ਤੋਂ ਡਰੇ, ਮਤਲਬ ਜੇ ਰੱਬ ਦਾ ਡਰ ਹਿਰਦੇ ਵਿੱਚ ਨਾ ਟਿਕਣ ਦੇਵੇ, ਰੱਬ ਦੇ ਡਰ ਤੋਂ ਡਰ ਲੱਗੇ, ਹਾਏ ਜੇ ਮੈਂ ਸੱਚ ਬੋਲਿਆ ਤੇ ਕੀ ਹੋਏਗਾ, ਹਾਏ ਜੇ ਮੈਂ ਅੰਮ੍ਰਿਤ ਛਕ ਲਿਆ ਤੇ ਮੇਰੇ ਤੋਂ ਤ੍ਰੈਤ ਨਹੀਂ ਰਹਿਣੀ,
ਹਾਏ ਇਹ ਕੀ ਹੋਏਗਾ ਜੇ ਰੱਬ ਦੇ ਡਰ ਤੋਂ ਡਰੇ, ਮਤਲਬ ਰੱਬ ਦੇ ਡਰ ਨੂੰ ਮਨ ਵਿੱਚ ਨਾ ਵਸਾਏ, ਗੁਰੂ ਦਾ ਸਤਿਕਾਰ ਪਿਆਰ ਮਨ ਵਿੱਚ ਨਾ ਵਸਾਏ, ਇਹਦੇ ਤੋਂ ਦੂਰੀ ਬਣਾਈ ਰੱਖੇ। ਡਰੇ ਦਾ ਮਤਲਬ ਰੱਬੀ ਡਰ ਅਦਬ ਤੋਂ ਦੂਰੀ ਬਣਾਈ ਰੱਖੇ, ਤਾਂ ਫਿਰ ਡਰ ਲੱਗ ਗਏ ਤਾਂ ਫਿਰ ਇਹ ਦੁਨੀਆ ਦੇ ਡਰ ਆ ਘੇਰਦੇ ਨੇ, ਫਿਰ ਵਿਕਾਰ ਹਮਲਾ ਆ ਬੋਲਦੇ ਨੇ, ਨੈਗੇਟਿਵਿਟੀ ਆ ਜਾਂਦੀ ਹੈ, ਨਕਾਰਾਤਮਕਤਾ ਆ ਜਾਂਦੀ ਹੈ, ਜ਼ਿੰਦਗੀ ਵਿੱਚ ਸਹਿਮ ਬਣ ਜਾਂਦਾ ਹੈ, ਜ਼ਿੰਦਗੀ ਵਿੱਚ ਫਿਕਰ ਆ ਜਾਂਦੇ ਨੇ, ਜ਼ਿੰਦਗੀ ਵਿੱਚ ਚਿੰਤਾਵਾਂ ਆ ਜਾਂਦੀਆਂ ਨੇ, ਝੋਰੇ ਆ ਜਾਂਦੇ ਨੇ। ਜੇ ਰੱਬੀ ਡਰ ਤੋਂ ਬੰਦਾ ਡਰਦਾ ਰਹੇ, ਭਾਵ ਕਿ ਰੱਬੀ ਡਰ ਤੋਂ ਦੂਰ ਰਹੇ, ਜੇ ਰੱਬੀ ਡਰ ਨੂੰ ਆਪਣੇ ਹਿਰਦੇ ਵਿੱਚ ਨਾ ਵਸਾਏ, ਰੱਬੀ ਪਿਆਰ ਨੂੰ ਹਿਰਦੇ ਵਿੱਚ ਨਾ ਵਸਾਏ, ਸ਼ੁਭ ਗੁਣਾਂ ਦੇ ਪਿਆਰ ਨੂੰ ਹਿਰਦੇ ਵਿੱਚ ਨਾ ਵਸਾਏ, ਤਾਂ ਫਿਰ ਦੁਨੀਆ ਵਾਲੇ ਸਹਿਮ ਔਰ ਚਿੰਤਾਵਾਂ ਆ ਘੇਰਦੀਆਂ ਨੇ। ਨਿਡਰ ਹੁਆ, ਡਰ ਉਰ ਹੋਏ ਭਾਗੈ। ਉਰ ਹੋਏ ਦਾ ਮਤਲਬ ਜੇ ਹਿਰਦੇ ਦੇ ਵਿੱਚ ਕਿਤੇ ਥੋੜਾ ਬਾਤਾ ਹੈ ਸੀ ਡਰ, ਉਰ ਹੋਏ ਦਾ ਮਤਲਬ ਜੋ ਸੋਚ ਵਿੱਚ ਡਰ ਹੈ ਸੀ। ਨਿਡਰ ਹੁਆ ਦਾ ਮਤਲਬ ਜੇਕਰ ਬੰਦਾ ਨਿਡਰ ਹੋ ਜਾਏ, ਨਿਡਰ ਪ੍ਰਭੂ ਦੇ ਨਾਲ ਜੁੜ ਜਾਏ, ਤਾਂ ਜਿਹੜਾ ਹਿਰਦੇ ਦੇ ਅੰਦਰ ਡਰ ਹੁੰਦਾ ਉਹ ਵੀ ਭੱਜ ਜਾਂਦਾ, ਫਿਰ ਡਰ ਨਹੀਂ ਰਹਿੰਦਾ, ਫਿਰ ਡਰ ਨਾਮ ਦੀ ਚੀਜ਼ ਦੁਨੀਆ ਦੇ ਵਿੱਚ ਨਹੀਂ ਰਹਿੰਦੀ। ਆਮ ਇੱਕ ਕਹਾਵਤ ਹੈ, ਬੰਦਾ ਭੱਜਦਾ ਹੈ ਤਾਂ ਡਰਦਾ ਹੈ, ਜਾਂ ਬੰਦਾ ਡਰਦਾ ਹੈ ਤੇ ਤਾਂ ਭੱਜਦਾ ਹੈ। ਆਮ ਕਿਹਾ ਜਾਂਦਾ ਹੈ ਕਿ ਬੰਦਾ ਡਰਦਾ ਹੈ ਤਾਂ ਭੱਜਦਾ ਹੈ, ਪਰ ਗੱਲ ਇਹ ਨਹੀਂ ਹੈ ਬੰਦਾ ਭੱਜਦਾ ਹੈ ਤਾਂ ਡਰਦਾ ਹੈ। ਜਦੋਂ ਕਿਤੇ ਖਲੋ ਜਾਂਦਾ ਨਾ ਬੰਦਾ ਹਿੰਮਤ ਕਰਕੇ, ਫਿਰ ਡਰ ਨਹੀਂ ਲੱਗਦਾ, ਫਿਰ ਡਰ ਭੱਜ ਜਾਂਦਾ ਹੈ। ਕਿਤਨੇ ਆਪਣੇ ਦੇਸ਼ ਦੇ ਵਾਸੀ ਸਨ ਜੋ ਡਰ ਤੋਂ ਡਰ ਕੇ ਭੱਜਦੇ ਰਹੇ, ਦੇਸ਼ ਗੁਲਾਮੀ ਦੀਆਂ ਜੰਜੀਰਾਂ ਦੇ ਅੰਦਰ ਜਕੜਿਆ ਗਿਆ, ਲੇਕਿਨ ਗੁਰੂ ਦੇ ਪਾਵਨ ਉਪਦੇਸ਼ ਦਾ ਸਦਕਾ, ਗੁਰੂ ਦੇ ਪਿਆਰੇ ਉਸ ਡਰ ਦੇ ਅੱਗੇ ਅੜ ਗਏ, ਡਰ ਤੋਂ ਡਰੇ ਨਹੀਂ, ਨਿਡਰ ਹੋ ਗਏ, ਤਾਂ ਫਿਰ ਡਰ ਹੀ ਉਥੋਂ ਦੌੜਿਆ ਔਰ ਪੂਰੇ ਦਾ ਪੂਰਾ ਦੇਸ਼ ਆਜ਼ਾਦ ਹੋ ਗਿਆ। ਕਹਿਣ ਤੋਂ ਭਾਵ ਕਿ ਜਦੋਂ ਬੰਦਾ ਰੱਬੀ ਰਜ਼ਾ ਪਾਣੇ ਦੇ ਅੰਦਰ ਆ ਜਾਂਦਾ ਹੈ, ਜਿਸ ਦੇ ਅੰਦਰ ਰੱਬੀ ਡਰ ਸਮਾ ਜਾਂਦਾ ਹੈ, ਉਹ ਨਿਡਰ ਹੋ ਜਾਂਦਾ ਹੈ, ਤੇ ਉਹਦੇ ਤੋਂ ਫਿਰ ਜਿਹੜਾ ਡਰ ਹੈ ਨਾ, ਛੋਟਾ ਮੋਟਾ ਹਿਰਦੇ ਵਿੱਚ ਹੋਵੇ, ਉਹ ਵੀ ਨਿਕਲ ਜਾਂਦਾ ਹੈ। ਉਹਦੀ ਜ਼ਿੰਦਗੀ ਵਿੱਚ ਫਿਰ ਡਰ ਨਹੀਂ ਰਹਿੰਦਾ। ਜਿਵੇਂ ਅਸੀਂ ਸੱਚ ਬੋਲਣਾ ਸ਼ੁਰੂ ਕਰੀਏ ਤਾਂ ਜੇਕਰ ਛੋਟਾ ਮੋਟਾ ਝੂਠ ਪਹਿਲਾਂ ਹੈ ਵੀ ਸਾ, ਉਹ ਵੀ ਖਤਮ ਹੋ ਜਾਏਗਾ। ਜੇ ਅਸੀਂ ਇੱਕ ਦੂਜੇ ਨਾਲ ਪਿਆਰ ਕਰਨਾ ਸ਼ੁਰੂ ਕਰੀਏ ਤਾਂ ਜਿਹੜੀ ਅੰਦਰਲੀ ਈਰਖਾ ਸੀ ਉਹ ਵੀ ਖਤਮ ਹੋ ਜਾਏਗੀ। ਤਾਂ ਗੁਰੂ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਇਸ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਦੀ ਅਸੀਂ ਵਿਚਾਰ ਆਪ ਕਰੀਏ, ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ।